ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਬੜੇ ਹੀ ਅਦਬ ਸਹਿਤ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਜੁੜ ਬੈਠੇ ਹੋ। ਸੁਭਾਗ ਪ੍ਰਾਪਤ ਹੋਇਆ ਸੰਗਤ ਦੀਆਂ ਘੜੀਆਂ ਦਾ। ਆਓ ਇਸ ਸਮੇਂ ਨੂੰ ਸਫਲਾ ਬਣਾਈਏ। ਸਤਿਗੁਰ ਜੀਆਂ ਦੀ ਪਾਵਨ ਕਥਾ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਸੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਰਾਏ ਬੁਲਾਰ ਜੀਆਂ ਦੇ ਵਿੱਚ ਹੋ ਰਹੀ ਚਰਚਾ। ਜਦੋਂ ਰਾਏ ਬੁਲਾਰ ਜੀ ਨੇ ਆਖਿਆ, ਸਤਿਗੁਰੂ ਜੀ ਮੈਂ ਸਰੀਰ ਨਹੀਂ ਹਾਂ, ਪਰ ਮੇਰੀ ਸਮਝ ਕਹਿੰਦੀ ਹੈ ਮੈਂ ਇੰਦਰੇ ਹਾਂ। ਗੁਰੂ ਸਾਹਿਬ ਜੀ ਨੇ ਇਸ ਭਰਮ ਦੇ ਵਿੱਚੋਂ ਵੀ ਕੱਢ ਕੇ ਵਿਖਾਇਆ, ਤੁਸੀਂ ਇੰਦਰੀਆਂ ਦਾ ਰੂਪ ਨਹੀਂ। ਨੱਕ, ਕੰਨ, ਜੀਭ, ਚਮੜੀ ਤੇ ਅੱਖਾਂ ਇਹ ਤੇਰਾ ਸਰੂਪ ਨਹੀਂ ਨੇ। ਫਿਰ ਰਾਏ ਬੁਲਾਰ ਸਾਹਿਬ ਸੋਚ ਕੇ ਆਖਣ ਲੱਗੇ, ਮਹਾਰਾਜ ਫਿਰ ਪ੍ਰਾਣ ਚੱਲਦੇ ਸਾਹ ਮੇਰਾ ਰੂਪ ਨੇ। ਜਦ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਂਦੇ ਨੇ, ਜ਼ਿੰਦਗਾਨੀ ਖਤਮ ਹੋ ਜਾਂਦੀ ਹੈ। ਭੁੱਖ ਲੱਗੇ ਤੇ ਪ੍ਰਾਣ ਨਿਕਲ ਨੂੰ ਆਉਂਦੇ ਆ, ਪਿਆਸ ਲੱਗੇ ਤੇ ਜਾਨ ਨਿਕਲ ਨੂੰ ਜਾਂਦੀ ਹੈ। ਫਿਰ ਤੇ ਮੇਰਾ ਰੂਪ ਇਹੀ ਹੈ। ਸਤਿਗੁਰ ਕਹਿੰਦੇ ਨਹੀਂ, ਦੁੱਖ ਸੁੱਖ ਪ੍ਰਾਣਾ ਕਰਕੇ ਆਉਂਦੇ ਨੇ, ਪਰ ਪ੍ਰਾਣ ਚੱਲਦਿਆਂ ਤੇ ਵੀ ਇਹ ਬਤੀਤ ਹੁੰਦੇ ਰਹਿੰਦੇ ਆ। ਜਾਗਰਤ, ਸੁਪਨ ਤੇ ਸੁਖੋਪਤ ਦੀ ਅਵਸਥਾ ਦੇ ਵਿੱਚ ਵੀ ਹਰ ਬੰਦੇ ਦੇ ਪ੍ਰਾਣ ਚੱਲਦੇ ਆ, ਸਵਾਸ ਚੱਲਦੇ ਆ। ਸਤਿਗੁਰਾਂ ਦੇ ਇਹਨਾਂ ਵਚਨਾਂ ਨੂੰ ਸੁਣ ਕੇ ਰਾਏ ਬੁਲਾਰ ਸਾਹਿਬ ਬਹੁਤ ਗਹਿਰੇ ਚਲੇ ਗਏ। ਸੋਚਦੇ ਆ ਮੇਰਾ ਵਜੂਦ ਕੀ ਹੈ, ਮੇਰਾ ਰੂਪ ਕੀ ਹੈ। ਇਹਨਾਂ ਸਾਰੇ ਪ੍ਰਕਰਨਾਂ ਨੂੰ ਆਪ ਜੀ ਨੇ ਬੜੇ ਵਿਸਥਾਰ ਸਹਿਤ ਸੁਣ ਕੇ ਆਨੰਦ ਮਾਣਿਆ। ਜੋ ਆਪ ਜੀ ਸੁਣ ਰਹੇ ਹੋ ਅਸਲ ਵਿੱਚ ਇਹੋ ਹੀ ਗੁਰਮਤਿ ਦਾ ਮਾਰਗ ਹੈ। ਇਸੇ ਨੂੰ ਕਹਿੰਦੇ ਆ ਸ਼ਬਦ ਅਤੇ ਸੁਰਤ ਦੀ ਯਾਤਰਾ। ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਚਿੱਤ ਬਣਾਈਏ। ਪਾਓ ਪ੍ਰੇਮ ਦੀ ਸਾਂਝ ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। हे ਰਾਜਨ ਜੇ ਪ੍ਰਾਣ ਅਨੂਪਾ ਸੋਪਨ ਨਹੀਂ ਹੈ ਤੋਰ ਸਰੂਪਾ। ਰਾਏ ਬੁਲਾਰ ਸਾਹਿਬ ਆਖਣ ਲੱਗੇ, ਸਤਿਗੁਰੂ ਜੀ ਦੁਨੀਆ ਤੇ ਹਰ ਜੀਵ ਨੂੰ ਆਪਣੇ ਪ੍ਰਾਣ ਪਿਆਰੇ ਆ। ਉਹ ਭਾਵੇਂ ਕੋਈ ਮਨੁੱਖ ਹੈ, ਪਸ਼ੂ ਪਕਸ਼ੀ ਹੈ, ਹਰ ਇੱਕ ਜੀਵ ਆਪਣੇ ਪ੍ਰਾਣਾਂ ਨੂੰ ਲੋਚਦਾ ਹੈ। ਸੱਪ ਬੇਸ਼ੱਕ ਕਿੰਨਾ ਵੀ ਜ਼ਹਿਰੀਲਾ ਹੈ, ਪਰ ਜਦ ਕੋਈ ਉਹਨੂੰ ਮਾਰਨ ਨੂੰ ਤੁਰਦਾ ਏ, ਉਹ ਵੀ ਆਪਣੀ ਜਾਨ ਬਚਾਉਣ ਵਾਸਤੇ ਫੜਾਉਂਦਾ ਏ, ਦੂਰ ਦੌੜਦਾ ਏ। ਬੇਸ਼ੱਕ ਉਹਦੀ ਜੂਨ ਟੇਢੀ ਹੈ। ਪ੍ਰਾਣ, ਜ਼ਿੰਦਗੀ ਦੇ ਸਵਾਸ ਹਰ ਇੱਕ ਮਨੁੱਖ ਨੂੰ ਪਿਆਰੇ ਆ। ਸਤਿਗੁਰੂ ਜੀ ਆਖਣ ਲੱਗੇ, ਰਾਏ ਬੁਲਾਰ ਸਾਹਿਬ ਪ੍ਰਾਣ ਤੇਰਾ ਰੂਪ ਨਹੀਂ ਨੇ। ਜਦ ਤੂੰ ਸੁੱਤਾ ਪਿਆ ਸਵਾਸ ਤੇਰੇ ਉਦੋਂ ਵੀ ਚੱਲਦੇ ਆ। ਜਦ ਤੂੰ ਜਾਗਦਾ ਏ, ਗੱਲਾਂ ਬਾਤਾਂ ਵਿੱਚ, ਕੰਮਾਂ ਕਾਰਾਂ ਵਿੱਚ ਲੱਗੇ ਆ, ਸਵਾਸ ਆਪਣੇ ਆਪ ਚੱਲ ਰਹੇ ਆ। ਗਤੀ ਸਵਾਸਾਂ ਦੀ ਆਪਣੇ ਆਪ ਹੈ। ਭੁੱਖ ਪਿਆਸ ਲੱਗੇ ਤੈਨੂੰ ਮਹਿਸੂਸ ਹੁੰਦਾ ਮੇਰੇ ਪ੍ਰਾਣ ਨਿਕਲ ਜਾਣਗੇ, ਪਰ ਨਿਕਲਦੇ ਨਹੀਂ। ਦੁੱਖ ਸੁੱਖ ਕਾਹਦੇ ਕਰਕੇ ਹੈ? ਪ੍ਰਾਣਾ ਕਰਕੇ ਹੈ। ਜੇ ਸਾਡੇ ਪ੍ਰਾਣ ਹੀ ਨਹੀਂ, ਸਵਾਸ ਹੀ ਨਹੀਂ, ਮੁਰਦੇ ਨੂੰ ਕੱਟ ਦਿਓ, ਵੱਢ ਦਿਓ, ਸਾੜ ਦਿਓ, ਪਾਣੀ ਵਿੱਚ ਡੋਬ ਦਿਓ, ਕੋਈ ਫਰਕ ਨਹੀਂ, ਕਿਉਂਕਿ ਉਹ 'ਚ ਸਵਾਸ ਨਹੀਂ ਨੇ।
ਇਸੇ ਕਰਕੇ ਮਰਦ ਕਹਿੰਦੇ ਜਬ ਲੱਗ ਘਟ ਮੈਂ ਪ੍ਰਾਣ। ਜਦੋਂ ਤੱਕ ਤੇਰੇ ਹਿਰਦੇ ਵਿੱਚ ਪ੍ਰਾਣ ਨੇ, ਤੈਨੂੰ ਆਪਣਾ ਬੇਗਾਨਾ, ਤੇਰਾ ਮੇਰਾ, ਤੇਰੇ ਇਮੋਸ਼ਨ ਚੱਲਣਗੇ, ਪ੍ਰਾਣ ਨਿਕਲ ਜਾਣ। ਪੋਤਾ ਪੋਤੀ ਕੋਲ ਬੈਠੇ ਆ, ਧੀ ਪੁੱਤ ਕੋਲ ਬੈਠੇ ਆ, ਕੋਈ ਫਰਕ ਨਹੀਂ ਹੈ, ਕੋਈ ਹੋਵੇ ਨਾ ਹੋਵੇ ਰੌਲਾ ਨਹੀਂ ਹੈ। ਪਰ ਜਦੋਂ ਤੱਕ ਪ੍ਰਾਣ ਚੱਲਦੇ ਆ, ਹਸਪਤਾਲ ਵਿੱਚ ਪਿਆ ਵੀ ਕਹਿੰਦਾ ਮੈਨੂੰ ਮੇਰਾ ਪੁੱਤ ਮਿਲਾ ਦਿਓ, ਮੈਨੂੰ ਮੇਰੀ ਮਾਂ ਮਿਲਾ ਦਿਓ, ਪ੍ਰਾਣ ਨਹੀਂ ਨਾ। ਸਤਿਗੁਰ ਕਹਿੰਦੇ ਇਹ ਤੇਰਾ ਰੂਪ ਨਹੀਂ, ਸੁੱਤਾ ਪਿਆ ਬੰਦਾ ਆਪਣੇ ਪ੍ਰਾਣਾਂ ਤੋਂ ਦੂਰ ਹੈ। ਇਸੇ ਕਰਕੇ ਕਹਿੰਦੇ ਆ ਸੁੱਤਾ ਬੰਦਾ ਮਰੇ ਸਮਾਨ ਹੈ। ਹੁਣ ਸਾਹ ਤੇ ਲੈ ਰਿਹਾ ਹੈ, ਕੋਈ ਆ ਕੇ ਨੱਕ ਘੁੱਟ ਦੇ ਸਿਰਹਾਣੇ ਨਾਲ ਕੀ ਕਰੇਗਾ? ਸਵਾਸ ਬਚਾ ਲੈਣਗੇ? ਨਹੀਂ। ਸੁਪਨੇ ਵਿੱਚ ਪਿਆ ਮਨੁੱਖ ਹੈ, ਕੋਈ ਆਰੀ ਨਾਲ ਗਲ ਚੀਰ ਦੇ ਕੀ ਕਰੇਗਾ? ਕੁਛ ਨਹੀਂ ਕਰ ਸਕਦਾ। ਪਰ ਪ੍ਰਾਣ ਚੱਲਦੇ ਆ, ਜਦ ਤੱਕ ਪ੍ਰਾਣ ਚੱਲਦੇ ਆ, ਦੁੱਖ ਆਇਆ ਉਹਨੂੰ ਕੱਟਣ ਦੀ ਕੋਸ਼ਿਸ਼ ਕਰੇਗਾ, ਮੈਨੂੰ ਕੋਈ ਮਾਰੇ ਨਾ, ਮੇਰਾ ਕੋਈ ਨੁਕਸਾਨ ਨਾ ਕਰੇ। ਗਰੀਬ ਨਵਾਜ਼ ਕਹਿੰਦੇ ਤੇਰਾ ਰੂਪ ਨਹੀਂ ਨੇ। ਜਦ ਤੂੰ ਘੂਕ ਸੁਖੋਪਤ ਅਵਸਥਾ ਵਿੱਚ ਸੁੱਤਾ, ਤੈਨੂੰ ਆਪਣੇ ਆਪ ਦਾ ਨਹੀਂ ਪਤਾ ਮੈਂ ਕੌਣ ਆ, ਮੈਂ ਕਿੱਥੇ ਸੁੱਤਾ, ਸਵਾਸ ਤੇਰੇ ਉਦੋਂ ਵੀ ਚੱਲਦੇ ਆ। ਇਸ ਕਰਕੇ ਰਾਏ ਬੁਲਾਰ, ਜਦੋਂ ਤੈਨੂੰ ਆਪਣੇ ਆਪ ਦੀ ਸੋਝੀ ਨਹੀਂ, ਤੂੰ ਸਵਾਸ ਕਿਵੇਂ ਹੋ ਗਿਆ, ਤੂੰ ਪ੍ਰਾਣ ਕਿਵੇਂ ਹੋ ਗਿਆ? ਕਹਿੰਦੇ ਹਾਂ ਪਾਤਸ਼ਾਹ, ਇਹ ਵੀ ਗੱਲ ਸੋਚਣ ਵਾਲੀ ਹੈ। ਸੁੱਤਿਆਂ ਨੂੰ ਸਾਨੂੰ ਸਾਹ ਕੌਣ ਦਿੰਦਾ ਜੀ? ਬੜੇ ਲੋਕ ਨੇ ਸੁੱਤੇ ਪਏ ਆ, ਸਾਹ ਨਿਕਲ ਜਾਂਦੇ ਆ, ਸਵੇਰ ਹੋ ਕੇ ਪਤਾ ਲੱਗਦਾ ਵੀ ਇਹ ਤੇ ਚੱਲ ਵਸਿਆ। ਸਵਾਸਾਂ ਦੀ ਗਤੀ ਦਾ ਰੌਲਾ ਵੀ ਨਹੀਂ ਪਿਆ, ਆਵਾਜ਼ ਵੀ ਨਾ ਆਈ, ਚੱਲਦੇ ਕਦੋਂ ਸਾਹ ਆਇਆ ਨਾ ਆਇਆ। ਇਸੇ ਕਰਕੇ ਸਾਹਿਬ ਕਹਿੰਦੇ ਹਮ ਆਦਮੀ ਹਾਂ ਇੱਕਦਮੀ, ਮੁਹਲਤ ਮੁਹਲ ਨਾ ਜਾਣਾ। ਜ਼ਿੰਦਗੀ ਕਿਹਨਾਂ ਦੀ ਹੈ? ਸਾਧੂ ਗਾਉਣ ਨੇ, ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ। ਜਿਨ੍ਹਾਂ ਨੂੰ ਸਾਹ ਆਉਂਦੇ ਆ, ਗਿਰਾਸ ਸਾਹ ਛੱਡਦੇ ਆ। ਲੈਣ ਨੂੰ ਸਾਸ ਕਹਿੰਦੇ ਆ, ਛੱਡਣ ਨੂੰ ਗਰਾਸ ਕਹਿੰਦੇ ਆ। ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ। ਗੁਰੂ ਸਾਹਿਬ ਕਹਿੰਦੇ ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਉਹ ਧਨ ਨੇ, ਉਹ ਪੂਰਨ ਸੰਤ ਨੇ ਜਿਨ੍ਹਾਂ ਦੇ ਸਵਾਸ ਚੱਲ ਰਹੇ ਆ ਬੰਦਗੀ ਨਾਲ। ਮਤਲਬ ਸਵਾਸ ਤੂੰ ਨਹੀਂ ਹੈ, ਚਲਾ ਰਿਹਾ ਕੋਈ ਤੇ ਚੱਲ ਰਹੇ ਨੇ, ਸਾਹ ਨਹੀਂ ਹੈ ਸਾਡੀ ਜ਼ਿੰਦਗੀ। ਹਾਂ, ਸਾਹਾਂ ਕਰਕੇ ਜ਼ਿੰਦਗੀ ਚੱਲ ਰਹੀ ਹੈ, ਸਵਾਸਾਂ ਕਰਕੇ ਅਸੀਂ ਜੀ ਰਹੇ ਹਾਂ। ਤੇ ਸਾਹਾਂ ਦੀ ਮਾਲਾ ਜਦੋਂ ਟੁੱਟ ਗਈ ਤੇ ਸਭ ਕੁਝ ਬਿਖਰ ਜਾਣਾ ਹੈ। ਗਰੀਬ ਨਵਾਜ਼ ਕਹਿੰਦੇ ਤੈਨੂੰ ਆਪਣੇ ਆਪ ਦੀ ਸੁੱਤੇ ਪਿਆ ਸੋਝੀ ਨਹੀਂ, ਤੇ ਤੂੰ ਕਹਿੰਦਾ ਮੈਂ ਸਾਹ ਹਾਂ, ਮੈਂ ਪ੍ਰਾਣ ਹਾਂ। ਪਰ ਤੈਨੂੰ ਤੇ ਪ੍ਰਾਣ ਨਿਕਲਣ ਦਾ ਖਤਰਾ ਏ। ਕੋਈ ਕਹਿੰਦਾ ਹਾਏ ਮੈਂ ਇੱਥੋਂ ਛਾਲ ਨਹੀਂ ਮਾਰ ਸਕਦਾ, ਮੇਰੀ ਜਾਨ ਚਲੇ ਜਾਊਗੀ। ਕੋਈ ਪਿੱਛੇ ਕਹਿ ਰਿਹਾ ਮੈਂ ਆਪਣੇ ਸਵਾਸ ਬੰਦ ਨਹੀਂ ਕਰਾ ਸਕਦਾ, ਮੈਨੂੰ ਮਰਨ ਦਾ ਕੋਈ ਸ਼ੌਂਕ ਨਹੀਂ ਹੈ, ਮੈਂ ਮਰਨਾ ਨਹੀਂ ਚਾਹੁੰਦਾ। ਮਤਲਬ ਫਿਰ ਪ੍ਰਾਣ ਤੂੰ ਨਹੀਂ ਹੈ। ਪਿੱਛੇ ਕੋਈ ਹੋਰ ਬੋਲਦਾ ਏ, ਜਾਗਰਤ ਸੁਪਨ ਸਖੋਪਤ ਮਾਹੀ, ਤਿਨਹਿ ਸਥਿਰਤਾ ਕਬਹੁ ਨਾਹੀ। ਹੁਣ ਮਨ ਟਿਕਦਾ ਹੈ, ਜ਼ਿੰਦਗੀ ਵੀ ਟਿਕ ਜਾਂਦੀ ਹੈ। ਬੜੇ ਲੋਕ ਸਕੂਨ ਵਿੱਚ ਬੈਠੇ ਆ, ਪਰ ਸਾਹ ਤੇ ਕਦੇ ਨਹੀਂ ਟਿਕਦੇ। ਸਾਹਾਂ ਦੀ ਗਤੀ ਨੂੰ ਕੋਈ ਰੋਕ ਸਕਦਾ ਹੈ? ਕਿੱਡਾ ਮਰਜ਼ੀ ਕੋਈ ਸਾਧ ਹੈ, ਜੇ ਉਹ ਆਪਣੇ ਸਵਾਸ ਚੜਾਉਂਦਾ ਇੱਕ ਦਿਨ ਲਾਉਣੇ ਵੀ ਪੈਂਦੇ ਆ। ਬਿਨਾਂ ਸਾਹਾਂ ਤੋਂ ਤੇ ਕੋਈ ਜੀ ਨਹੀਂ ਨਾ ਰਿਹਾ। ਗੁਰੂ ਸਾਹਿਬ ਕਹਿੰਦੇ ਜਾਗਦੇ ਆ, ਸੌਂਦੇ ਆ, ਘੂਕ ਨੀਂਦ ਵਿੱਚ ਸੁੱਤੇ ਆ, ਤੇ ਸੁਪਨੇ ਵਿੱਚ ਵੀ ਸਾਹ ਚੱਲੀ ਜਾ ਰਹੇ ਨੇ, ਪ੍ਰਾਣ ਚੱਲ ਰਹੇ ਸਾਹਾਂ ਕਰਕੇ। ਪਰ ਜੇ ਤੂੰ ਆਖੇ ਰਾਏ ਬੁਲਾਰ ਇਹ ਪ੍ਰਾਣ ਮੈਂ ਹਾਂ, ਮੇਰਾ ਰੂਪ ਹਨ, ਕਹਿੰਦੇ ਇਹ ਭੁਲੇਖਾ ਤੇਰਾ। ਨਹੀਂ, ਜਿਉਂਦੇ ਜੀ ਵੀ ਚੱਲੇ, ਮਰਨ ਤੋਂ ਬਾਅਦ ਨਹੀਂ ਚੱਲੇ। ਪਰ ਬੰਦਾ ਮਰਿਆ ਤੇ ਸੁੱਤਾ ਪਿਆ ਨਾ, ਸੁਖੋਪਤ ਅਵਸਥਾ ਵਿੱਚ ਘੂਕ ਸੁੱਤਾ, ਸਵੇਰੇ ਉੱਠ ਕੇ ਕਹਿੰਦਾ ਯਾਰ ਮੈਨੂੰ ਪਤਾ ਹੀ ਨਹੀਂ ਦਿਨ ਕਦੋਂ ਚੜ੍ਹ ਗਿਆ, ਉਹ ਤੇ ਮਰਿਆ ਵਰਗਾ ਸੀ। ਉਦੋਂ ਸਵਾਸ ਕਿਹਨੇ ਚਲਾਏ? ਬੜੇ ਲੋਕ ਕੋਮਾ 'ਚ ਚਲੇ ਜਾਂਦੇ ਆ, 2-2 3-3 ਸਾਲ, 10-10 ਸਾਲ ਲੋਕੀ ਪਲੰਗੇ ਤੋਂ ਉੱਠਦੇ ਨਹੀਂ, ਅੱਖ ਨਹੀਂ ਹਿਲਾਉਂਦੇ, ਪਰ ਸਾਹ ਚੱਲ ਰਹੇ ਆ। ਕਿਸੇ ਦਾ ਬ੍ਰੇਨ ਡੈਡ ਹੋ ਜਾਂਦਾ ਹੈ, ਕਿਸੇ ਦਾ ਕੋਈ ਆਰਗਨ ਡੈਡ ਹੋ ਜਾਂਦਾ ਹੈ, ਪਰ ਸਵਾਸ ਚੱਲ ਰਹੇ ਆ। ਇਸ ਕਰਕੇ ਡਾਕਟਰ ਕਹਿੰਦੇ ਪਲਸ ਚੱਲਦੀ, ਇਹ ਮਰਿਆ ਨਹੀਂ, ਪਰ ਇਹ ਜਿਉਂਦਾ ਵੀ ਨਹੀਂ ਹੈ। ਕੋਮਾ ਵਿੱਚ ਗਏ ਲੋਕ ਤੁਸੀਂ ਵੇਖਿਆ ਹੋਣਾ, ਇਹ ਆਮ ਗੱਲ ਅੱਜ ਕੱਲ੍ਹ ਤੇ
ਫਲਾਣਾ ਬੰਦਾ ਕੋਮਾ 'ਚ 2 ਸਾਲ ਰਿਹਾ ਜੀ, ਪਤਾ ਹੀ ਨਹੀਂ ਕਿੱਥੇ ਹੈ। ਉਹਨੂੰ ਚੀਰ ਦਿਓ, ਜੋ ਮਰਜ਼ੀ ਸੁਣਾ ਦਿਓ, ਗਾਲਾਂ ਕੱਢ ਦਿਓ, ਉਹਨੂੰ ਆਪਣੇ ਆਪ ਦਾ ਨਹੀਂ ਪਤਾ। ਉਹਨੂੰ ਫੂਡ ਪਾਈਪ ਲਾਏ ਜਾਂਦੇ ਆ, ਭੋਜਨ ਦਿੱਤਾ ਜਾ ਰਿਹਾ, ਪਰ ਸਵਾਸ ਚੱਲ ਰਹੇ ਆ, ਆਕਸੀਜਨ ਦਿੱਤੀ ਜਾ ਰਹੀ ਹੈ, ਪਲਸ ਰੇਟ ਚੱਲ ਰਿਹਾ ਹੈ। ਹੁਣ ਜੇ ਕਹੀਏ ਪ੍ਰਾਣ ਕਰਕੇ ਜ਼ਿੰਦਗੀ ਹੈ, ਪਰ ਪ੍ਰਾਣ ਬਚਾਉਣ ਦਾ ਸੰਘਰਸ਼ ਕੋਮਾ ਵਿੱਚ ਪਿਆ ਬੰਦਾ ਵੀ ਕਰਦਾ ਹੈ। ਬੇਸ਼ੱਕ ਉਹਦੀ ਉਂਗਲ ਫੜ ਕੇ, ਅੱਖ ਫੜ ਕੇ ਜਾਂ ਕੁਝ ਵੀ ਨਾ ਹਿੱਲੇ, ਪਰ ਸਤਿਗੁਰ ਕਹਿੰਦੇ ਪ੍ਰਾਣ ਤੇ ਤੇਰਾ ਰੂਪ ਨਹੀਂ ਹੈ। ਇਹ ਤੇ ਉਦੋਂ ਵੀ ਚੱਲ ਰਹੇ ਆ ਜਦ ਤੂੰ ਬੇਸੁੱਧ ਪਿਆ। ਬੇਹੋਸ਼ ਬੰਦਾ ਉੱਠ ਕੇ ਕਹਿੰਦਾ ਮੈਨੂੰ ਹੋਸ਼ ਨਹੀਂ ਸੀ ਜੀ, ਮੈਨੂੰ ਨਹੀਂ ਪਤਾ ਕੀ ਹੋਇਆ ਹੈ, ਪਰ ਉਹਦੇ ਸਾਹ ਚੱਲ ਰਹੇ ਆ। ਬੇਹੋਸ਼ ਹੈ, ਸਵਾਸ ਚੱਲ ਰਹੇ ਆ, ਪਰ ਸਵਾਸ ਚੱਲਦੇ ਆ ਤੇ ਹੋਸ਼ ਕਿਉਂ ਨਹੀਂ ਹੈ? ਹੋਸ਼ ਕਿਉਂ ਗਵਾਈ ਹੋਈ ਹੈ? ਇਨ ਸਮਾਨ ਨਹਿ ਤੇਰੀ ਰੀਤਾ, ਇਨ ਤੇ ਆਪ ਲਖੋ ਵਿਪਰੀਤਾ। ਗੁਰੂ ਸਾਹਿਬ ਕਹਿੰਦੇ ਰਾਏ ਬਲਾਰ ਜੀ ਤੂੰ ਇਹਨਾਂ ਤੋਂ ਆਪਣੇ ਆਪ ਨੂੰ ਵੱਖ ਜਾਣ। ਇਹਨਾਂ ਨੇ ਆਉਂਦੇ ਜਾਂਦੇ ਰਹਿਣਾ, ਸਾਹਾਂ ਦੀ ਗਤੀ ਚੱਲ ਰਹੀ ਹੈ। ਤੂੰ ਬੰਦਗੀ 'ਚ ਟਿਕਿਆ ਵੀ ਬੈਠਾ, ਅਵਸਥਾ ਚੜਾ ਕੇ ਵੀ ਬੈਠਾ, ਸਵਾਸ ਚੱਲਦੇ ਰਹਿਣੇ। ਇਹ ਪਾਪੀ ਦੇ ਵੀ ਚੱਲਣੇ ਆ ਤੇ ਪੁੰਨੀ ਦੇ ਵੀ ਚੱਲਣੇ ਆ। ਇਹ ਦੇਵਤਿਆਂ ਦੇ ਵੀ ਚੱਲਦੇ ਤੇ ਰਾਖਸ਼ਾਂ ਦੇ ਵੀ ਚੱਲਦੇ ਆ। ਇਹ ਧਰਤੀ ਤੇ ਰਿੰਗਣ ਵਾਲਿਆਂ ਜੀਵਾਂ ਦੇ ਵੀ ਚੱਲਦੇ ਤੇ ਰੁੱਖਾਂ ਤੇ ਰਹਿਣ ਵਾਲਿਆਂ ਦੀ ਵੀ ਚੱਲਦੇ ਆ। ਸਵਾਸ ਚੱਲਣਗੇ। ਜਿੱਦਣ ਬੰਦ ਹੋ ਗਏ ਲੋਕਾਂ ਕਹਿਣਾ ਇਹ ਮਿੱਟੀ ਹੋ ਗਿਆ। ਪਰ ਹੁਣ ਪ੍ਰਾਣ ਕਰਕੇ ਜ਼ਿੰਦਗੀ ਹੈ, ਪਰ ਤੂੰ ਪ੍ਰਾਣ ਨਹੀਂ ਹੈ। ਗੁਰੂ ਸਾਹਿਬ ਇਹ ਸਮਝਾਉਂਦੇ ਆ ਸਾਹਾਂ ਕਰਕੇ ਜੀਵਨ ਹੈ, ਪਰ ਜੀਵਨ ਸਾਹ ਨਹੀਂ ਹੈ। ਬਹੁਤ ਕੁਛ ਹੈ ਜ਼ਿੰਦਗੀ ਦੇ ਵਿੱਚ, ਬੜਾ ਕੁਝ ਹੈ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਬੜੀ ਅਚਰਜਤਾ ਹੋਈ ਵੀ ਮੈਂ ਸਰੀਰ ਵੀ ਨਹੀਂ ਆ, ਮੈਂ ਔਰਗਨ ਵੀ ਨਹੀਂ ਆ, ਤੇ ਮੈਂ ਸਾਹ ਵੀ ਨਹੀਂ ਆ। ਪਰ ਬੰਦੇ ਨੂੰ ਸਾਹ ਚੜ ਜਾਂਦਾ ਹੈ, ਭੁੱਖ ਬਹੁਤੀ ਲੱਗੀ ਹੋਵੇ, ਪਿਆਸ ਲੱਗੀ ਹੋਵੇ, ਖਤਰਾ ਦੇਖ ਲਵੇ, ਸਾਹ ਫੁੱਲ ਜਾਂਦੇ ਆ, ਸਾਹ ਨਹੀਂ ਰਲਦੇ। ਪਰ ਸਾਹਾਂ ਦੇ ਖਤਰੇ ਕਰਕੇ ਇਹਨੂੰ ਖਤਰਾ ਭਾਪਦਾ ਵੀ ਸ਼ਾਇਦ ਮੈਨੂੰ ਵੀ ਕੁਝ ਹੋ ਜਾਣਾ ਹੈ। ਪੇਸ਼ੈਂਟ ਦੇ ਸਵਾਸਾਂ ਦੀ ਗਤੀ ਸਲੋ ਹੁੰਦੀ ਹੈ, ਬੀਪੀ ਵੱਧ ਜਾਵੇ ਤੇ ਸਵਾਸ ਤੇਜ਼ ਹੁੰਦੇ ਆ। ਬੰਦਾ ਭੱਜ ਕੇ ਆਉਂਦਾ, ਕਿਸੇ ਵਿਪਤਾ 'ਚ ਆਉਂਦਾ, ਟੈਨਸ਼ਨ 'ਚ ਬੈਠਾ, ਇੱਕਦਮ ਘਬਰਾਇਆ ਹੋਇਆ ਹੈ, ਸਾਹ ਦੀ ਸਪੀਡ ਬਹੁਤ ਜ਼ਿਆਦਾ ਹੈ। ਤੇ ਸਾਹਾਂ ਦੀ ਸਪੀਡ ਜ਼ਿਆਦਾ ਹੋਣ ਕਰਕੇ ਲੱਗਦਾ ਵੀ ਯਾਰ ਮੈਂ ਮਰਨਾ, ਮੈਨੂੰ ਕੁਝ ਹੋ ਰਿਹਾ ਹੈ। ਗੁਰੂ ਸਾਹਿਬ ਕਹਿੰਦੇ ਇਹ ਤੂੰ ਨਹੀਂ ਹੈ, ਤੂੰ ਇਹਦੇ ਤੋਂ ਅਲੱਗ ਹੈ, ਇਹਦੇ ਤੋਂ ਉਲਟ ਹੈ। ਇਹ ਤੇਰੇ ਮਨ ਦਾ ਭੁਲੇਖਾ ਏ। ਜਾਗਰਿਤ ਸੁਪਨ ਭੋਗ ਸ਼ਰਮ ਪਾਵਾ, ਬਹੁਰ ਸਖੋਪਤ ਮਾਹੇ ਸਿਧਾਵਾ। ਸਤਿਗੁਰਾਂ ਦੇ ਬਚਨ ਸਨ ਰਾਏ ਬਲਾਰ ਜੀ ਦੇ ਤਾਈ। ਕਹਿੰਦੇ ਬੰਦਾ ਅਵਸਥਾ ਕਰਕੇ ਜਾਗਦਾ ਏ, ਅਵਸਥਾ ਕਰਕੇ ਸੌਂਦਾ ਹੈ, ਅਵਸਥਾ ਕਰਕੇ ਸੁਪਨੇ 'ਚ ਫਿਰਦਾ ਤੇ ਸੁਰਤ ਕਰਕੇ ਫਿਰਦਾ ਨਾ। ਪਰ ਸਾਹ ਤਾਂ ਨਹੀਂ ਕਦੇ ਬੰਦ ਹੋਏ ਵੀ ਬੰਦਾ ਸੁਪਨੇ 'ਚ ਤੁਰਿਆ ਫਿਰਦਾ, ਅੱਧਾ ਘੰਟਾ ਸਾਹ ਹੀ ਨਹੀਂ ਆਇਆ। ਫਲਾਣਾ ਬੰਦਾ ਘੂਕ ਸੌਂ ਗਿਆ ਜੀ, 8 ਘੰਟੇ ਸੁੱਤਾ, ਦਰਵਾਜ਼ਾ ਖੜਕਾਇਆ, ਖੋਲ੍ਹਿਆ ਹੀ ਨਹੀਂ। ਪਰ ਇੰਨਾ ਘੂਕ ਸੌਣ ਵਾਲਾ ਜਿਹੜਾ ਉੱਠ ਕੇ ਕਹਿੰਦਾ ਯਾਰ ਦਿਨ ਚੜਿਆ ਕਿ ਰਾਤ ਹੈ, ਪਰ ਉਹ ਇੱਕ ਸਾਹ ਲੈਣਾ ਵੀ ਨਹੀਂ ਭੁੱਲਿਆ। ਕੌਣ ਚਲਾਉਂਦਾ ਹੈ? ਇਹਦਾ ਮਤਲਬ ਤੂੰ ਪ੍ਰਾਣ ਨਹੀਂ ਹੈ, ਤੂੰ ਸਵਾਸ ਨਹੀਂ ਹੈ। ਬੜਿਆਂ ਲੋਕਾਂ ਨੂੰ ਲੋਕ ਮਾਰ ਕੇ ਵੱਢ ਕੇ ਸੁੱਟ ਜਾਂਦੇ ਆ, ਪਰ ਰੱਬ ਨੇਤ ਸਾਸਾਂ ਚੱਲ ਪੈਂਦੀਆਂ ਨੇ। ਜ਼ਿੰਦਗੀ ਫੇਰ ਵੀ ਹੈ, ਕਿਤੇ ਨਾ ਕਿਤੇ ਲੱਗਦਾ ਬੰਦਾ ਮਰ ਚੁੱਕਿਆ, ਡੈੱਡ ਹੋ ਗਿਆ, ਸੁੱਟ ਕੇ ਚਲੇ ਗਏ, ਬਾਅਦ 'ਚੋਂ ਵੇਖਿਆ ਉਹਦੇ ਸਾਹ ਵੀ ਚੱਲੇ ਆ, ਪਹਿਲਾਂ ਨਹੀਂ ਸੀ ਚੱਲ ਰਹੇ, ਕੁਛ ਦੇਰ ਲਈ ਰੁਕੇ ਆ, ਪਰ ਉਹ ਜੀਵਤ ਹੋ ਗਿਆ, ਪ੍ਰਾਣ ਬਚ ਗਏ ਆ ਉਹਦੇ। ਹੁਣ ਸਾਹ ਤੇ ਪ੍ਰਾਣ ਇੱਕੋ ਚੀਜ਼ ਨੇ। ਸਵਾਸ ਜਾ ਰਹੇ ਆ, ਨਿਕਲ ਰਹੇ ਆ, ਇਹਨੂੰ ਕਿਹਾ ਜਾਂਦਾ ਪ੍ਰਾਣ। ਪ੍ਰਾਣ ਕਿਉਂ ਹੈ? ਕਿਉਂਕਿ ਅੰਦਰ ਪੈਣ ਵਾਲੀ ਪੌਣ ਨੂੰ ਪ੍ਰਾਣ ਕਹਿੰਦੇ ਆ। ਪੌਣ ਹਵਾ, ਇਹਦੇ ਕਰਕੇ ਹੈ। ਹੁਣ ਹਵਾ ਤੇ ਮਰੇ ਹੋਏ ਬੰਦੇ ਨੂੰ ਵੈਂਟੀਲੇਟਰ ਲਾਈ ਫਿਰਦੇ ਵੱਡੇ ਵੱਡੇ ਹਸਪੀਟਲ, ਵੇਖਿਆ ਹੋਣਾ ਤੁਸੀਂ, ਬਿੱਲ ਬਣਾਉਂਦੇ ਆ। ਫਿਰ ਉਹ ਹਵਾ ਨਾਲ ਬੰਦਾ ਕਿਉਂ ਨਹੀਂ ਬਚਦਾ? ਲਾਈ ਵੀ ਆਕਸੀਜਨ ਹੁੰਦੀ ਹੈ, ਵੈਂਟੀਲੇਟਰ ਕਾਰਬਨ ਡਾਈਆਕਸਾਈਡ ਬਾਹਰ ਵੀ ਕੱਢ ਰਿਹਾ ਹੈ, ਪਰ ਜਿਉਂਦਾ ਕਿਉਂ ਨਹੀਂ ਹੈ? ਕੁਛ ਤੇ ਹੈ ਜੋ ਇਹਨਾਂ ਸਾਹਾਂ ਦੇ ਨਾਲ ਖਿੱਚਿਆ ਤੁਰਦਾ ਏ। ਘਣ ਆਨੰਦ ਕੇ ਬੀਚ ਸਮਾਵੈ, ਬ੍ਰਿਤ ਬਹੀਨ ਨਾ ਆਵੇ ਜਾਵੇ। ਹੁਣ ਰਾਏ ਬਲਾਰ ਜੀ ਕਹਿੰਦੇ ਮਹਾਰਾਜ ਮੈਨੂੰ ਸਮਝ ਨਹੀਂ ਆਈ ਇਸ ਗੱਲ ਦੀ ਪੂਰੀ, ਵੀ ਮੈਂ ਸਾਹ ਪ੍ਰਾਣ ਵੀ ਨਹੀਂ ਆ। ਕਿਉਂ ਨਹੀਂ ਆ ਮੈਂ? ਗੁਰੂ ਸਾਹਿਬ ਕਹਿੰਦੇ ਜਦੋਂ ਤੂੰ ਘਣਾ ਆਨੰਦ 'ਚ ਚਲੇ ਜਾਂਦਾ। ਘਣਾ ਆਨੰਦ ਕੀ ਹੈ? ਸੁੱਤਾ ਉੱਠ ਕੇ ਬੰਦਾ ਕਹਿੰਦਾ ਵੀ ਅੱਜ ਬੜਾ ਨਜ਼ਾਰਾ ਆਇਆ ਸਾਉਣ ਦਾ,
ਕਿਸੇ ਨੂੰ ਸੌਣ ਦਾ ਨਜ਼ਾਰਾ ਹੈ, ਕਿਸੇ ਨੂੰ ਖਾਣ ਪੀਣ ਦਾ ਹੈ, ਕਿਸੇ ਨੂੰ ਵਿਕਾਰ ਭੋਗਣ ਦਾ ਹੈ, ਤੇ ਕੋਈ ਫਿਰ ਤੂੰ ਹੁੰਦਾ ਕਹਿੰਦਾ ਘੁੰਮ ਫਿਰ ਕੇ ਯਾਰ ਨਜ਼ਾਰਾ ਆ ਗਿਆ, ਮੈਂ ਤੇ ਵਾਦੀਆਂ ਘੁੰਮ ਗਿਆ, ਜ਼ਿੰਦਗੀ ਦਾ ਨਜ਼ਾਰਾ ਹੀ ਅੱਜ ਸੀ। ਆਪਣਾ ਆਪਣਾ ਨਾ ਆ ਕਿਹਨੂੰ ਰਿਹਾ ਹੈ, ਰਸ ਮਾਣ ਕੌਣ ਰਿਹਾ ਹੈ? ਸਤਿਗੁਰ ਕਹਿੰਦੇ ਘੂਕ ਨੀਂਦ ਵਿੱਚ ਸੁੱਤਾ ਹੋਇਆ, ਤੈਨੂੰ ਆਪਣੇ ਹੱਥ ਦਾ ਨਹੀਂ ਪਤਾ ਕਿੱਥੇ ਪਿਆ, ਬਾਂਹ ਦਾ ਨਹੀਂ ਪਤਾ, ਪੈਰ ਦਾ ਨਹੀਂ ਪਤਾ, ਮੂੰਹ ਦਾ ਨਹੀਂ ਪਤਾ, ਸਿਰ ਤੇ ਕੱਪੜਾ ਹੈ ਜਾਂ ਨਹੀਂ ਹੈ, ਤਨ ਕੱਜਿਆ ਜਾਂ ਅਧੂਰਾ ਏ, ਸੁਖੋਪਤ ਨੀਂਦ 'ਚ ਨਹੀਂ ਪਤਾ। ਪਰ ਕਹਿੰਦੇ ਕੋਈ ਤੇਰੇ ਕੋਲ ਬੈਠਾ ਤੇਰੇ ਸਾਹਾਂ ਨੂੰ ਸਟੇਬਲ ਕਰਕੇ ਚਲਾ ਰਿਹਾ ਹੈ। ਸੁੱਤੇ ਪਏ ਬੰਦੇ ਦੇ ਸਾਹ ਰੈਗੂਲਰ ਚੱਲ ਰਹੇ ਆ, ਲੰਬੇ ਹੋ ਜਾਣਗੇ। ਤੁਸੀਂ ਬੈਠੇ ਹੋ ਨਾ, ਤੁਹਾਡੇ ਸਵਾਸ ਥੋੜੇ ਤੇਜ਼ ਹੋਣਗੇ, ਤੁਰੋਂਗੇ ਹੋਰ ਤੇਜ਼ ਹੋਣਗੇ, ਪਰ ਜਦੋਂ ਤੁਸੀਂ ਲੰਮੇ ਪੈ ਜਾਓਗੇ ਨਾ, ਇਹ ਸਾਹ ਤੁਹਾਡੇ ਦੋ ਸਾਹਾਂ ਦਾ ਇੱਕ ਬਣ ਜਾਣ, ਲੰਬੇ ਲੰਬੇ ਸਾਹ। ਇਹੀ ਕਾਰਨ ਹੁੰਦਾ ਜਿਹਦਾ ਕੋਲੈਸਟਰੋਲ ਜ਼ਿਆਦਾ ਵਧਿਆ ਹੋਵੇ, ਹਾਈ ਹੋਵੇ, ਘਰਾੜੇ ਤੇ ਘਰਾੜੇ ਛੱਡੀ ਜਾਂਦਾ ਹੈ। ਅਗਲਾ ਕਹਿੰਦਾ ਯਾਰ ਰੇਲ ਗੱਡੀ ਦੇ ਇੰਜਣ ਵਾਂਗੂ ਚੱਲਦਾ, ਜਨਰੇਟਰ ਵਾਂਗੂ, ਇਹਦੇ ਕੋਲ ਨਹੀਂ ਸੌਂ ਸਕਦੇ। ਕਿਉਂ? ਸਵਾਸਾਂ ਦੀ ਗਤੀ ਲੰਬੀ ਹੈ, ਤੇ ਘਰਾੜੇ ਮਾਰਨ ਵਾਲਾ ਬੰਦਾ ਹਮੇਸ਼ਾ ਘੂਕ ਨੀਂਦ ਸੌਂਦਾ ਹੈ। ਤੇ ਇੱਕ ਉਹ ਵੀ ਆ, ਗਲੀ ਦੇ ਵਿੱਚੋਂ ਕੋਈ ਲੰਘਿਆ ਉੱਠ ਕੇ ਕਹਿੰਦਾ ਕੌਣ ਹੈ ਯਾਰ, ਕਿਉਂ ਹੋ ਰਿਹਾ? ਇਸ ਲਈ ਉਹ ਕੱਚੀ ਨੀਂਦੇ ਹੈ, ਉਹਦੀ ਨੀਂਦ ਪੱਕੀ ਨਹੀਂ ਹੈ। ਪਰ ਪੱਕੀ ਨੀਂਦ ਵਿੱਚ ਸੌਣ ਵਾਲਾ ਆਪਣੀ ਸੋਝੀ ਨਹੀਂ ਰੱਖਦਾ। ਤੇ ਇੱਕ ਸੁਭਾਵਿਕ ਗੱਲ ਨੋਟ ਕਰਿਓ, ਜਦੋਂ ਆਪਾਂ ਸੌਂ ਕੇ ਉੱਠਦੇ ਹਾਂ, ਕੋਈ ਵੀ ਇਨਸਾਨ ਹੈ, ਜਿੱਦਣ ਵਧੀਆ ਨੀਂਦੇ ਸੁੱਤੇ ਹੋਵੋਗੇ ਨਾ, ਤੁਹਾਨੂੰ ਇੱਦਾਂ ਲੱਗਣਾ ਹੈ ਵੀ ਸਰੀਰ ਜਾਮ ਜਿਹਾ ਹੋਇਆ ਪਿਆ, ਕਿਤੇ ਖੂਨ ਜੰਮਿਆ ਹੋਇਆ। ਉਹ ਕੀ ਹੈ? ਪਰਮਾਤਮਾ ਨੇ ਬਣਾਏ ਹੋਏ ਸਾਡੇ ਅੰਦਰ ਨਾ ਜਿਹੜੇ ਹਾਰਮੋਨ ਨੇ, ਜਦੋਂ ਅਸੀਂ ਸੌਣਾ ਆਏ ਉਹਨੇ ਰਿਲੀਜ਼ ਹੋ ਜਾਣਾ। ਉਹਨੇ ਇੰਨੇ ਸਾਨੂੰ ਦਲਿੱਦਰ ਪਾਉਣਾ, ਟੀਵੀ ਵੇਖਦੇ ਬੰਦ ਕਰ ਦਿਓ ਯਾਰ, ਗੱਲਾਂ ਬੰਦ ਕਰੋ, ਲਾਈਟ ਬੰਦ ਕਰੋ। ਉਹ ਕਿਉਂ ਹੋ ਰਿਹਾ? ਹਾਰਮੋਨ ਐਕਟੀਵੇਟ ਹੋ ਗਏ ਹੈ। ਤੇ ਜਿਸ ਵੇਲੇ ਅਸੀਂ ਉੱਠਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਹਾਰਮੋਨ ਸਾਡੇ ਬਲੱਡ 'ਚੋਂ ਬਾਹਰ ਆਉਂਦਾ ਹੈ, ਇਕੱਠਾ ਹੋ ਰਿਹਾ ਹੈ, ਪਿਊਟਰੀ ਗਲੈਂਡ 'ਚ ਆ ਜਾਂਦਾ ਹੈ, ਤੇ ਬੰਦਾ ਇੱਕਦਮ ਐਕਟਿਵ ਉੱਠ ਕੇ ਬੈਠਦਾ ਹੈ, ਕਹਿੰਦਾ ਨੀਂਦ ਬਹੁਤ ਸੋਹਣੀ ਆਈ ਸੀ, ਅੱਜ ਮੈਂ ਫਰੈਸ਼ ਫੀਲ ਕਰਦਾ, ਮੈਨੂੰ ਬਹੁਤ ਚੰਗਾ ਲੱਗਦਾ ਹੈ। ਪਰ ਉਸ ਵੇਲੇ ਉਸ ਬੰਦੇ ਦੇ ਸਵਾਸਾਂ ਦੀ ਗਤੀ ਨੋਟ ਕਰਕੇ ਵੇਖਿਓ, ਜਦ ਉਹ ਦੱਸਦਾ ਹੁੰਦਾ ਹੈ ਉਹਦੇ ਸਾਹ ਤੇਜ਼ ਹੁੰਦੇ ਆ, ਵਧੀਆ ਤਾਜ਼ਾ। ਤੇ ਸੁਪਨੇ ਵਿੱਚ ਸੁੱਤਾ ਹੋਇਆ ਬੰਦਾ ਉਹ ਇੱਕੋ ਹੀ ਕੰਪਲੇਂਟ ਕਰੇਗਾ ਵੀ ਸੁਪਨਾ ਬਹੁਤ ਸੋਹਣਾ ਆਇਆ ਸੀ, ਪਰ ਮੇਰੀ ਨੀਂਦ ਪੂਰੀ ਨਹੀਂ ਹੋਈ, ਬਾਡੀ ਰਿਲੈਕਸ ਨਹੀਂ ਹੋਈ। ਸੁਪਨੇ ਵਿੱਚ ਆਇਆ ਸਰੀਰ ਥੱਕ ਜਾਂਦਾ ਹੈ, ਇੰਨਾ ਥੱਕ ਜਾਂਦਾ ਹੈ ਜਿਵੇਂ ਤੁਸੀਂ ਦਿਹਾੜੀ ਲਾ ਕੇ ਆਏ ਹੋ ਸੁਪਨੇ ਦੇ ਵਿੱਚ। ਤੇ ਜਾਗਰਤ ਤੇ ਥੱਕਿਆ ਹੀ ਥੱਕਿਆ, ਕਿਉਂਕਿ ਉਦੋਂ 42 ਭਾਵ ਬੰਦੇ ਦੇ ਫੁਰਦੇ ਆ, ਸਵਾਸ ਮਰਜ ਕਹਿੰਦੇ ਤਿੰਨਾਂ 'ਚ ਹੀ ਚੱਲ ਰਹੇ ਆ, ਸਾਹਾਂ ਨੇ ਚੱਲੀ ਜਾਣਾ, ਪਰ ਇਹਦੀ ਗਤੀ ਸਪੀਡ ਘਟਦੀ ਵੱਧਦੀ ਰਹਿੰਦੀ ਹੈ, ਰੈਗੂਲੇਟ ਹੋ ਰਹੀ ਹੈ। ਪਰ ਜਿਸ ਵੇਲੇ ਤੂੰ ਸੁੱਤਾ ਹੈ, ਤੂੰ ਇਹ ਭੁੱਲ ਚੁੱਕਿਆ ਮੈਂ ਸਾਹ ਲੈਣੇ ਆ ਜਾਂ ਨਹੀਂ ਲੈਣੇ ਆ। ਹੁਣ ਆਪਾਂ ਬੈਠੇ ਆ, ਤੁਸੀਂ ਕਦੇ ਅੱਖ ਗਿਣ ਕੇ ਫਰਕੀ ਹੈ? ਅੱਖਾਂ ਸਾਡੀਆਂ ਫਰਕਾਉਣ ਵੇਲੇ ਕਦੇ ਸੋਚਿਆ ਮੈਂ ਹੁਣ 1 ਸੈਕਿੰਡ 'ਚ ਕਿੰਨੀ ਵਾਰ ਫਰਕਾਉਣੀ? ਪਤਾ ਹੀ ਨਹੀਂ ਲੱਗਦਾ, ਆਪਣੇ ਆਪ ਚੱਲ ਰਹੀ ਹੈ। ਹਾਰਟ ਆਪਣੇ ਆਪ ਚੱਲ ਰਿਹਾ ਹੈ, ਸਵਾਸ ਆਪਣੇ ਆਪ ਚੱਲ ਰਹੇ ਆ। ਪਰ ਹਾਂ, ਜਿੱਦਣ ਦਮ ਘੁੱਟੇ ਬੰਦਾ ਕਹਿੰਦਾ ਮੇਰਾ ਸਾਹ ਘੁੱਟਦਾ ਹੈ, ਮੈਨੂੰ ਔਖਾ ਜਿਹਾ ਲੱਗਦਾ ਹੈ, ਕਿਤੇ ਕੋਈ ਬੋਲ ਰਿਹਾ ਅੰਦਰੋਂ ਵੀ ਇਹ ਜੇ ਸਾਹ ਨਾ ਆਇਆ ਤੇ ਮੈਂ ਮਰ ਜਾਣਾ, ਮੈਨੂੰ ਕੁਛ ਹੋ ਜਾਊਗਾ, ਮੈਨੂੰ ਬਚਾ ਲਓ, ਹਾਏ ਮੈਨੂੰ ਲੈ ਜਾਓ ਕਿਤੇ, ਮੈਨੂੰ ਦਿਖਾ ਦਿਓ ਕਿਸੇ ਕੋਲ। ਕੋਈ ਕਲਪਦਾ ਹੈ, ਕੋਈ ਪਿੱਛੇ ਚੀਕਦਾ ਏ। ਜੋ ਹੈ ਸਦਾ ਅਚਲ ਅਨੂਪਾ, ਸੋਰ ਲਖੀਏ ਆਪਨ ਸਰੂਪਾ। ਸਤਿਗੁਰ ਕਹਿੰਦੇ ਰਾਏ ਬਲਾਰ ਜੀ, ਤੇਰਾ ਰੂਪ ਅਚਲ ਹੈ, ਜੋ ਕਦੇ ਚੱਲਦਾ ਨਹੀਂ ਹੈ, ਆਨੰਦਤ ਹੈ, ਪਰ ਸਾਹ ਤੇ ਚੱਲਦੇ ਆ। ਤੁਹਾਡੇ ਪਿੱਛੇ ਕੋਈ ਡਾਂਗ ਲੈ ਕੇ ਪੈ ਜੇ, ਕੁੱਤਾ ਹੀ ਪੈ ਜੇ, ਤੇ ਤੁਹਾਡੇ ਸਾਹ ਕਿੱਥੇ ਰਲਦੇ ਆ? ਅੱਧਾ ਘੰਟਾ ਖੜ ਕੇ ਵੀ ਬੰਦਾ ਇਹ ਵੇਖਦਾ ਵੀ ਗਿਆ ਕਿਹੜੇ ਪਾਸੇ, ਆਖੋ ਸਤਨਾਮ। ਹੁੰਦਾ ਲੋਕਾਂ ਨਾਲ, ਵੱਡੇ ਵੱਡੇ ਸ਼ੇਰ ਬੜੇ ਫਿਰਦੇ, ਮਾੜਾ ਜਿਹਾ ਕੁੱਤਾ ਕਹਿੰਦਾ ਪਿੱਛੇ ਲੱਗ ਗਿਆ, ਉਹ ਜਾਂਦੇ ਗੋਲੀ ਵਾਂਗੂ, ਐਕਟਿਵਾ ਤੋਂ ਤੇਜ਼ ਹੁੰਦੇ ਆ, ਲੱਭੇ ਨਹੀਂ ਜਾਂਦੇ। ਫਿਰ ਉਦੋਂ ਸਾਹ ਕਿੱਥੇ ਹੁੰਦੇ ਆ? ਰਨਿੰਗ ਕਰਕੇ ਆਓ, ਸਾਹ ਨਹੀਂ ਰਲਦੇ। ਪਰ ਇਹਨਾਂ ਨਾਲ ਦੁੱਖ ਸੁੱਖ ਵੀ ਆਉਂਦਾ ਹੈ, ਫੀਲਿੰਗ ਵੀ ਆ ਰਹੀ ਹੈ, ਮਹਿਸੂਸ ਵੀ ਬੰਦਾ ਸਾਰਾ ਕੁਝ ਕਰਦਾ ਹੈ। ਸਤਿਗੁਰ ਕਹਿੰਦੇ ਸੁੱਖਾਂ ਦੁੱਖਾਂ ਦਾ ਖੂਹ ਹੈ, ਇਹ ਤੂੰ ਨਹੀਂ ਹੈ, ਤੂੰ ਤੇ ਆਨੰਦ ਸਰੂਪ ਹੈ। ਤੇਰੇ ਵਿੱਚ ਨਾ ਕੋਈ ਦੁੱਖ ਹੈ, ਨਾ ਕੋਈ ਗਮ ਹੈ, ਪਰ ਅਸੀਂ ਤੇ ਜਨਮਾਂ ਜਨਮਾਂ ਦੇ ਗੁਨਾਹ ਚੱਕੀ ਫਿਰਦੇ ਹਾਂ। ਹੁਣ ਇਹ ਵੀ ਸੋਚਣ ਵਾਲੀ ਗੱਲ ਆ। ਕੋਈ ਸਵਾਲ ਕਰੇ ਵੀ ਬਾਣੀ ਤੇ ਕਹਿੰਦੀ ਹੈ ਜਨਮ ਜਨਮ ਕੀ ਇਸ ਬਨ ਕਉ ਮਲ ਲਾਗੀ, ਕਾਲਾ ਹੁਆ ਸਿਆਹ, ਬੜੀ ਵਾਰ ਸੁਣਿਆ। ਖੰਨ ਲਈ ਧੋਤੀ ਉਜਲੀ ਨਾ ਹੋਵੇ, ਜੇ ਸੌ ਧੋਵਣ ਪਾਹ। ਜਿਵੇਂ ਕੋਲੂ ਦੀ ਲੀਰ ਕਦੇ ਸਾਫ਼ ਨਹੀਂ ਹੁੰਦੀ, ਕਹਿੰਦੇ ਮਨ ਨੂੰ ਤੇ ਇੰਨੀ ਮੈਲ ਲੱਗੀ ਹੋਈ ਹੈ, ਜਨਮਾਂ ਜਨਮਾਂ ਦੀ ਲੱਗੀ ਹੈ, ਤੇ ਫਿਰ ਇਹ ਮਨ ਕਦੇ ਟਿਕ ਸਕਦਾ ਹੈ?
ਤੇ ਜਿਸ ਬੰਦੇ ਦਾ ਮਨ ਟਿਕਿਆ ਹੀ ਨਹੀਂ ਹੋਇਆ ਜੀ, ਉਹਦੇ ਸਵਾਸ ਵੇਖਿਓ ਕਿਹੜੇ ਪਾਸੇ ਚੱਲਦੇ ਆ। ਘਬਰਾਇਆ ਹੋਏਗਾ ਹਰ ਵੇਲੇ, ਚਿੰਤਤ ਰਹੇਗਾ, ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ, ਭਾਵੇਂ ਉਹ ਰੱਬ ਦਾ ਘਰ ਹੋਵੇ, ਭਾਵੇਂ ਦੁਨੀਆ ਦੀ ਗੱਲਬਾਤ, ਉਹ ਗੈਰ ਹਾਜ਼ਰ ਹੁੰਦਾ ਹੈ। ਉਹਦੇ ਸਵਾਸਾਂ ਦੀ ਗਤੀ ਤੇਜ਼ ਹੋਏਗੀ। ਘਬਰਾਏ ਬੰਦੇ ਦੀ ਨਿਸ਼ਾਨੀ ਕੀ ਹੈ? ਸਾਹ ਤੇਜ਼ ਚੱਲਦੇ ਆ। ਹਰੇਕ ਬੰਦਾ ਜੱਜ ਕਰ ਲੈਂਦਾ ਇਹ ਬੰਦਾ ਚੋਰ ਹੈ, ਇਹ ਗਲਤ ਹੈ, ਇਹਦੇ ਸਾਹ ਕਿਉਂ ਤੇਜ਼ ਨੇ? ਅੱਜ ਕੱਲ੍ਹ ਸੱਚ ਬੋਲਣ ਵਾਲੀਆਂ, ਵਿਖਾਉਣ ਵਾਲੀਆਂ, ਝੂਠ ਫੜਨ ਵਾਲੀਆਂ ਮਸ਼ੀਨਾਂ ਉੱਥੋਂ ਕਿੱਥੋਂ ਪਤਾ ਲੱਗਦਾ? ਜਦ ਬੰਦਾ ਝੂਠ ਬੋਲਦਾ ਹੈ, ਉਹ ਮਸ਼ੀਨ ਕੋਈ ਅੰਤਰਜਾਮੀ ਥੋੜ੍ਹਾ ਹੈ। ਉਦੋਂ ਉਸ ਬੰਦੇ ਦੀ ਹਾਰਟ ਰੇਟ, ਪਲਸ ਰੇਟ ਵੱਧ ਜਾਣੀ ਹੈ, ਉਹਦੇ ਦਿਮਾਗ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਵਿਚਾਰ ਆਉਣੇ ਆ। ਫਿਰ ਸਕੋਪਿੰਗ ਕੀਤੀ ਜਾਂਦੀ ਹੈ, ਉਹਨਾਂ ਨਾਲ ਸਾਰਾ ਕੁਝ ਸਾਹਮਣੇ ਆ ਜਾਂਦਾ ਵੀ ਇਹ ਲਾਈਨਾਂ ਰੈੱਡ ਹੋਣ ਲੱਗੀਆਂ, ਇਹ ਘਬਰਾਇਆ ਹੋਇਆ, ਇਹਦੇ ਸਵਾਸ ਤੇਜ਼ ਹੋ ਗਏ ਆ, ਇਹਦਾ ਮਤਲਬ ਇਹ ਝੂਠਾ ਹੈ। ਸੱਚੇ ਨੂੰ ਕਾਹਦਾ ਡਰ ਹੈ? ਬੇਪਰਵਾਹ ਨਾ। ਮਰਦ ਕਹਿੰਦੇ ਦੁੱਖ ਸੁੱਖ ਤੈਨੂੰ ਪ੍ਰਾਣਾ ਕਰਕੇ ਆ, ਤੇ ਪ੍ਰਾਣ ਬਚਾਉਣ ਵਾਸਤੇ ਹਰ ਕੋਈ ਭੱਜਿਆ ਫਿਰਦਾ, ਹਰ ਕੋਈ। ਦੁਖੀ ਕਿਹਦੇ ਕਰਕੇ ਹੁੰਦੇ ਆ? ਸਾਹਾਂ ਕਰਕੇ, ਪ੍ਰਾਣਾ ਕਰਕੇ। ਸੁਖੀ ਕਿਹਦੇ ਕਰਕੇ ਆ? ਉਹ ਮੇਰੇ ਕੋਲ ਬੜਾ ਪੈਸਾ, ਮੈਨੂੰ ਨਹੀਂ ਕਿਸੇ ਦੀ ਪਰਵਾਹ ਸੀ, ਦੇਣਾ ਕਿਸੇ ਦਾ ਕਿਉਂ? ਪ੍ਰਾਣ ਚੱਲਦੇ ਆ। ਤੇ ਜਿੱਦਣ ਪ੍ਰਾਣ ਨਿਕਲ ਜਾਂਦੇ ਆ, ਵੀ ਉਦਣ ਕੋਈ ਸੁੱਖ ਕੰਮ ਨਹੀਂ ਆਉਂਦਾ, ਕੋਈ ਦੁੱਖ ਕੰਮ ਨਹੀਂ ਆਉਂਦਾ। ਮਨੁੱਖ ਫੀਲਿੰਗ ਲੈਸ ਹੋ ਜਾਂਦਾ। ਮੁਰਦੇ ਨੂੰ ਭਾਵੇਂ ਫਰਿੱਜ 'ਚ ਲਾ ਕੇ ਰੱਖੋ, ਭਾਵੇਂ ਅੱਗ 'ਚ ਸਾੜ ਦਿਓ, ਉਹਨੂੰ ਨਾ ਠੰਡ ਲੱਗੇ ਨਾ ਗਰਮੀ ਲੱਗੇ, ਪ੍ਰਾਣ ਨਿਕਲ ਗਏ ਆ। ਗੁਰੂ ਨਾਨਕ ਸਾਹਿਬ ਜੀ ਆਖਣ ਲੱਗੇ, ਰਾਏ ਬੁਲਾਰ ਸਾਹਿਬ ਜੀ, ਪ੍ਰਾਣ ਸਿਰਫ ਤੇਰੇ ਨੇ, ਤੂੰ ਪ੍ਰਾਣ ਨਹੀਂ ਹੈ, ਤੇਰੇ ਆ, ਤੇਰੇ ਅਧੀਨ ਚੱਲਦੇ ਨੇ। ਤੈਂ ਜੋ ਭਾਖੇ ਪ੍ਰਾਣ ਬਹੀਨਾ, ਦੇਹੀ ਇੰਦਰੀਏ ਥਿਰ ਨਹਿ ਚੀਨਾ। ਭੁੱਖ ਪਿਆਸ ਪ੍ਰਾਣਾਂ ਦਾ ਧਰਮ ਹੈ, ਸਰੀਰ ਦਾ ਧਰਮ ਭੁੱਖ ਪਿਆਸ ਨਹੀਂ ਹੈ। ਬੜੇ ਲੋਕ ਨੇ ਇੱਥੇ ਦੁਨੀਆ ਤੇ। ਆ ਬਾਬਾ ਪ੍ਰਹਿਲਾਦ ਹੋਇਆ, ਕੱਲ੍ਹ ਵਰਿਆ ਹੈ, ਇੰਡੀਆ ਦੇ ਵਿੱਚ 80 ਸਾਲਾਂ ਤੋਂ ਨਾ ਰੋਟੀ ਖਾਧੀ ਨਾ ਪਾਣੀ ਪੀਤਾ। ਸ਼ਾਇਦ ਤੁਹਾਡੇ 'ਚ ਥੋੜ੍ਹੇ ਜਾਣਦੇ ਹੋਣਗੇ, ਕੋਈ ਜਾਣਦਾ ਹੋਣਾ। ਬਜ਼ੁਰਗ ਜੋਗੀ ਸੀ, ਅੱਜ ਹੀ ਉਹਨੂੰ ਸਪੁਰਦੇ ਖਾ ਕੀਤਾ ਗਿਆ ਧਰਤੀ 'ਚ। MP ਦਾ ਰਹਿਣ ਵਾਲਾ, 80 ਸਾਲਾਂ ਵਿੱਚ ਕੁਛ ਖਾਧਾ ਪੀਤਾ ਹੀ ਨਹੀਂ, ਪੌਣਾਹਾਰੀ ਸੀ। ਹੁਣ ਬੜੇ ਲੋਕ ਨੇ, ਸਾਧੂ ਦੇਵਤੇ ਸਿੱਧ ਰੋਟੀ ਨਹੀਂ ਖਾਂਦੇ ਸੀ, ਪਾਣੀ ਨਹੀਂ ਪੀਂਦੇ ਸੀ, ਉਹ ਪੌਣਾਹਾਰੀ ਰਹਿੰਦੇ ਸੀ, ਪ੍ਰਾਣ ਤੇ ਫਿਰ ਚੱਲਦੇ ਸੀ। ਪ੍ਰਾਣਾ ਕਰਕੇ ਦੁੱਖ ਸੁੱਖ ਹੈ, ਦੁੱਖ ਸੁੱਖ ਕਰਕੇ ਭੁੱਖ ਪਿਆਸ ਹੈ। ਕਹਿੰਦੇ ਮਹਾਰਾਜ ਮੇਰਾ ਸਰੂਪ ਦੱਸੋ। ਸਤਿਗੁਰ ਕਹਿੰਦੇ ਤੇਰਾ ਸਰੂਪ ਉਹ ਹੈ ਜਿਹੜਾ ਘੂਕ ਨੀਂਦ 'ਚ ਉੱਠ ਕੇ ਕਹਿੰਦਾ ਅੱਜ ਮੈਨੂੰ ਨੀਂਦ ਬਹੁਤ ਸੋਹਣੀ ਆਈ, ਮੈਨੂੰ ਪਤਾ ਹੀ ਨਹੀਂ ਲੱਗਿਆ ਰਾਤ ਕਦੋਂ ਲੰਘ ਗਈ। ਪਿੱਛੇ ਜਿਹੜਾ ਬੋਲਦਾ ਨਾ, ਉਹ ਤੂੰ ਹੈ। ਅੱਜ ਮੈਨੂੰ ਬੜਾ ਵਧੀਆ ਲੱਗਿਆ, ਫਲਾਣਾ ਮੇਰਾ ਮਿੱਤਰ ਬਹੁਤ ਚੰਗਾ ਸੀ। ਇੱਕੋ ਹੀ ਬੋਲਦਾ ਹੈ, ਸਾਹ ਨਹੀਂ ਬੋਲ ਰਹੇ, ਪਰ ਸਾਹ ਤੇ ਚੱਲ ਰਹੇ ਆ। ਮਰਦ ਕਹਿੰਦੇ ਤੇਰਾ ਅਸਲੀ ਰੂਪ ਤੇ ਰਾਏ ਬੁਲਾਰ ਸਾਹਿਬ ਉਹੀ ਹੈ। ਇਹ ਪ੍ਰਾਣ ਤੇਰਾ ਇੱਕ ਆਸਰਾ ਨੇ, ਤੇਰਾ ਇੱਕ ਆਧਾਰ ਹੈ। ਹੁਣ ਪ੍ਰਾਣਾਂ ਦਾ ਆਧਾਰ ਕੀ ਹੈ? ਬਾਣੀ ਲਿਖਦੀ ਮੇਰੇ ਪ੍ਰੀਤਮ ਪ੍ਰਾਣ ਆਧਾਰਾ। ਕਹਿੰਦੇ ਰੱਬਾ ਮੇਰਿਆ ਤੂੰ ਮੇਰੇ ਪ੍ਰਾਣਾਂ ਦਾ ਆਧਾਰ ਆਸਰਾ ਹੈ। ਆਖੋ ਸਤਨਾਮ। ਭੁੱਖ ਪਿਆਸ ਤਾਂ ਨਹੀਂ ਹੈ ਨਾ, ਪ੍ਰਾਣਾਂ ਦਾ ਆਸਰਾ ਕੀ ਹੈ? ਗੁਰੂ ਨਾਨਕ ਸਾਹਿਬ ਮਰਦ ਕਈ ਮਹੀਨੇ ਰੋਟੀ ਨਹੀਂ ਸੀ ਖਾਂਦੇ, ਪ੍ਰਾਣ ਚੱਲ ਰਹੇ ਆ। ਕਿਉਂਕਿ ਰੱਬ ਦੇ ਪਿਆਰੇ ਬੰਦਗੀ ਵਾਲੇ ਦੁਨਿਆਵੀ ਖੁਰਾਕਾਂ ਤੋਂ ਦੂਰ ਹੋ ਜਾਂਦੇ ਆ। ਰੋਟੀ ਪਾਣੀ ਬੇਸ਼ੱਕ ਇਹ ਸਰੀਰ ਦਾ ਧਰਮ ਹੈ, ਬੇਸ਼ੱਕ ਸਰੀਰ ਦਾ, ਪਰ ਜੇ ਬੰਦਗੀ ਤੁਹਾਡੇ ਕੋਲੇ ਆ ਨਾ, ਭੁੱਖ ਤੇ ਪਿਆਸ ਤੁਹਾਡੀ ਘਟ ਜੇਗੀ। ਤਾਮਸੀ ਬੰਦੇ ਦੀ ਬਿਰਤੀ, ਉਹ ਸਾਰਾ ਦਿਨ 3 ਵੇਲੇ ਰੋਟੀ ਖਾ ਕੇ ਵੀ ਕੁਛ ਨਾ ਕੁਛ ਆਲੇ ਕੁੰਝੇ ਹੱਥ ਮਾਰਦਾ ਫਿਰਦਾ ਹੈ, ਬੇਕਾਰੀ ਬੰਦਾ। ਤੇ ਬੰਦਗੀ ਵਾਲਾ, ਉਹਨੇ ਟਾਈਮ ਟੂ ਟਾਈਮ ਰੋਟੀ ਖਾਣੀ ਹੈ, ਫਾਲਤੂ ਕਦੇ ਕੁਝ ਨਹੀਂ ਛਕਣਾ। ਉਹਨੂੰ ਪਤਾ ਹੈ ਮੇਰੇ ਸਰੀਰ ਦਾ ਸੈਟਅਪ ਇੱਥੇ ਖੜੇ ਆ, ਜੇ ਮੈਂ ਇਹ ਤੋਂ ਵੱਧ ਅੱਗੇ ਪਿੱਛੇ ਖਾਧਾ ਨਾ, ਮੇਰੀ ਬੰਦਗੀ 'ਚ, ਮੇਰੀ ਇਬਾਦਤ ਵਿੱਚ, ਮੇਰੀ ਭਗਤੀ 'ਚ ਫਰਕ ਪਏਗਾ, ਮੈਂ ਡਿਸਟਰਬ ਹੋਵਾਂਗਾ। ਤੇ ਸਾਡੇ ਵਰਗੇ ਤੇ ਰਾਤ ਨੂੰ 12 ਵਜੇ ਉੱਠ ਕੇ ਵੀ ਚਾਹ ਪੀ ਲੈਂਦੇ ਆ, ਯਾਰ ਹੋਰ ਨਹੀਂ ਕੁਛ, ਚਲ ਚਾਹ ਹੀ ਬਣਾ ਲਾ, ਉਹੀ ਪੀ ਲਾਂਗੇ। ਸਵੇਰੇ ਉੱਠ ਕੇ ਚਾਹ, ਦੁਪਹਿਰੇ ਚਾਹ, 10 ਵਜੇ ਚਾਹ, 3 ਵਜੇ ਚਾਹ, ਤੇ ਫਿਰ ਰੱਬ ਕਿੱਥੋਂ ਮਿਲਣਾ? ਆਖੋ ਸਤਨਾਮ। ਇਹ ਤੇ ਤਾਮਸੀ ਵਿਰਤੀ ਦੀਆਂ ਚੀਜ਼ਾਂ ਨੇ, ਅਸੀਂ ਤੇ ਇਹਨਾਂ ਦੇ ਆਧਾਰ ਤੇ ਖੜੇ ਆ, ਇਹਨੂੰ ਮੰਨੀ ਜਾਂਦੇ ਆ। ਗੁਰੂ ਸਾਹਿਬ ਕਹਿੰਦੇ ਤੇਰੇ ਪ੍ਰਾਣ ਸਰੀਰ ਨੂੰ ਚਲਾਉਂਦੇ ਆ, ਨਾ ਤੂੰ ਸਰੀਰ ਆ ਤੇ ਨਾ ਤੂੰ ਪ੍ਰਾਣ ਹੈ। ਆਤਮਾ ਦਾ ਪ੍ਰਾਣਾਂ ਨਾਲ ਕੋਈ ਲੈਣ ਦੇਣ ਨਹੀਂ ਹੈ। ਬੰਦੇ ਦੇ ਸਾਹ ਨਿਕਲ ਗਏ, ਆਤਮਾ ਛੱਡ ਕੇ ਚੱਲ ਜਾਂਦੀ, ਪਰ ਇਹ ਤਾਂ ਨਹੀਂ ਹੈ ਵੀ ਆਤਮਾ ਸਾਹ ਲੈਂਦੀ ਹੈ। ਅੰਦਰ ਦੀ ਜੋਤ, ਪਰਮਾਤਮਾ ਦੀ ਜੋ ਰੂਹ ਜਿਹਨੂੰ ਕਹਿ ਦਿੰਦੇ ਆ ਆਪਾਂ, ਆਤਮਾ ਪਰਮਾਤਮਾ ਏ, ਉਹਦਾ ਤੁਹਾਡੇ ਸਵਾਸਾਂ ਨਾਲ, ਤੁਹਾਡੇ ਸੁੱਖਾਂ ਦੁੱਖਾਂ ਨਾਲ, ਤੁਹਾਡੀ ਭੁੱਖ ਪਿਆਸ ਨਾਲ, ਤੁਹਾਡੇ ਸਰੀਰ ਨਾਲ, ਤੁਹਾਡੇ ਇੰਦਰੀਆਂ ਦੇ ਨਾਲ ਕੋਈ ਲਗਾਵ ਨਹੀਂ। ਜਾ ਕੋ ਉਤਰ ਸੁਣੋ ਅਮੰਗਾ,
ਅਹੈ ਜੀਵ ਕੋ ਪ੍ਰੰਗਾ। ਤੇ ਫਿਰ ਰਾਏ ਬੁਲਾਰ ਸਾਹਿਬ ਪੁੱਛਦੇ, ਕਹਿੰਦੇ ਮਹਾਰਾਜ ਫਿਰ ਪ੍ਰਾਣਾਂ ਦਾ ਕੀ ਸੰਬੰਧ ਹੈ ਮੇਰੇ ਨਾਲ? ਇਹ ਤੇ ਹੁਣ ਸਵਾਲ ਬਣਦਾ ਨਾ ਵੀ ਬੰਦਾ ਮਰਦਾ ਹੈ, ਪ੍ਰਾਣ ਬੰਦ, ਸਵਾਸ ਚੱਲਦੇ, ਹਰ ਕੋਈ ਕਹਿੰਦਾ ਜੀਵਨ ਦੀ ਆਸ ਹੈ ਭਾਈ, ਸਾਹ ਚੱਲਦੇ ਆ। ਸਤਿਗੁਰ ਕਹਿੰਦੇ ਹਰ ਮਨੁੱਖ ਦੇ ਸਵਾਸ ਉਹਦਾ ਤੁਰੰਗ ਕਹੀਏ ਘੋੜਾ ਏ। ਘੋੜਾ ਇੱਕ ਸਾਧਨ ਹੈ। ਗੱਡੀ ਲਾ ਲਓ, ਟਰੱਕ ਕਹਿ ਲਓ, ਕਾਰ ਕਹਿ ਲਓ, ਟ੍ਰੇਨ ਕਹਿ ਲਓ, ਪਲੇਨ ਕਹਿ ਲਓ, ਘੋੜੇ ਦਾ ਮਤਲਬ ਸਿਰਫ ਇੱਕ ਕਟਾਕਸ਼ ਹੈ ਵੀ ਇੱਕ ਸਾਧਨ, ਕਨਵੈਂਸ। ਹੁਣ ਸਾਧਨ ਕਰਕੇ ਸਿੱਧ ਹੋ ਰਿਹਾ ਸਰੀਰ, ਸਾਧਨ ਕਰਕੇ ਚੱਲਦਾ ਹੈ। ਜਿੱਥੇ ਰੋਟੀ ਪਾਣੀ ਸਭ ਕੁਝ ਜ਼ਰੂਰੀ ਹੈ, ਸਭ ਤੋਂ ਵੱਧ ਜ਼ਰੂਰੀ ਹੈ ਸਾਹ। ਜੇ ਸਾਹ ਨਹੀਂ ਨਾ ਆਉਂਦਾ, ਲੱਖਾਂ ਭੰਡਾਰ ਭਰੇ ਪਏ ਕਿਸੇ ਕੰਮ ਨਹੀਂ, ਬੰਦਾ ਮੁਰਦਾ ਹੁੰਦਾ ਏ। ਹਾਂ ਪਰ ਵੈ ਅਰੂੜ ਪਰਲੋਕਾ, ਜਾਏ ਸਬੰਦੇ ਹੋਤ ਸ਼ੋਕਾ। ਗਰੀਬ ਨਵਾਜ਼ ਕਹਿੰਦੇ ਆ ਤੇਰੇ ਸਾਹ ਤੇਰੇ ਪ੍ਰਾਣ ਇੱਕ ਘੋੜਾ, ਇੱਕ ਸਾਧਨ ਹੈ। ਇਸ ਸਾਧਨ ਉੱਤੇ ਪਰਮਾਤਮਾ ਦੀ ਜੋਤ ਸਵਾਰੀ ਕਰਕੇ ਬੈਠੀ, ਜਿਹਨੂੰ ਆਤਮਾ ਕਹਿੰਦੇ ਆ। ਤੇ ਜਿੱਦਣ ਇਹ ਸਾਹ ਨਿਕਲਦੇ ਆ, ਇਸ ਸਾਧਨੇ ਉੱਤੇ ਬੈਠੀ ਰੂਹ ਜਾਂਦੀ ਹੈ। ਜਦ ਆਤਮਾ ਜਾਊਗੀ ਸਾਹਾਂ ਨੂੰ ਲੈ ਕੇ ਜਾਊਗੀ, ਆਖੋ ਸਤਨਾਮ। ਕਦੇ ਨਹੀਂ ਹੁੰਦਾ ਬੰਦੇ 'ਚ ਆਤਮਾ ਹੈ, ਸਰੀਰ ਦੇ ਵਿੱਚ ਜੋਤ ਚੱਲ ਰਹੀ ਹੈ ਪਰ ਸਾਹ ਨਹੀਂ ਚੱਲਦੇ। ਸਵਾਸ ਉਹਦੇ ਘੋੜਾ ਨੇ, ਸਵਾਸ ਉਹਦਾ ਸਾਧਨ ਹੈ। ਆਤਮਾ ਦੀ ਸਵਾਰੀ ਸਾਹਾਂ ਤੇ ਹੈ। ਮਤ ਭੁਲੇਖਾ ਰੱਖਿਓ ਵੀ ਆਤਮਾ ਇੱਥੇ ਵਸਦੀ, ਕੋਈ ਕਹਿੰਦਾ ਇੱਥੇ ਹੈ, ਕੋਈ ਕਹਿੰਦਾ ਪਿਛਲੇ ਪਾਸੇ ਸਿਰ ਦੇ। ਪੁੱਛੋ ਕਿਸੇ ਨੂੰ, ਜੋਗੀ ਕਹਿੰਦੇ ਇੱਥੇ ਵਸਦੀ। ਨਹੀਂ, ਗੁਰੂ ਨਾਨਕ ਸਾਹਿਬ ਦੱਸਦੇ ਆ, ਕਹਿੰਦੇ ਤੇਰੀ ਰੂਹ ਪ੍ਰਾਣਾ ਤੇ ਸਵਾਰ ਹੈ। ਤੇ ਡਾਕਟਰ ਵੀ ਸਮੇਂ ਦੀ ਮੈਡੀਕਲ ਸਾਇੰਸ ਵੀ ਸਾਹ ਦੇ ਕੇ ਕਹਿ ਦਿੰਦੇ ਆ, ਕਹਿੰਦੇ ਚਲੇ ਗਿਆ, ਆਖੋ ਸਤਨਾਮ। ਹੈ ਨਹੀਂ, ਕਹਿੰਦੇ ਨਹੀਂ ਜਾਨ ਨਿਕਲੀ ਬੰਦੇ ਦੀ ਮੇਰੇ ਹੱਥਾਂ 'ਚ। ਉਹ ਕਿਵੇਂ ਪਤਾ ਤੈਨੂੰ, ਤੂੰ ਕਿਹੜਾ ਵੇਖੀ ਹੈ? ਉਹਨੇ ਵੇਖਿਆ ਵੀ ਮੇਰੇ ਗੋਡੇ ਤੇ ਸਿਰ ਰੱਖਿਆ ਸੀ ਫਲਾਣੇ ਨੇ। ਜਦੋਂ ਉਹਨੇ ਆਖਰੀ ਲੰਮਾ ਸਾਹ ਲਿਆ, ਉਹ ਸਾਹ ਤੋਂ ਬਾਅਦ ਸਾਹ ਨਹੀਂ ਚੱਲਿਆ, ਯਾਰ ਜਾਨ ਨਿਕਲ ਗਈ, ਡੈਡ ਹੋ ਗਿਆ। ਅੱਜ ਸੁਣਿਓ, ਸਾਡੀ ਆਤਮਾ ਕਿੱਥੇ ਹੈ? ਸਾਹਾਂ ਦੇ ਉੱਤੇ ਚੜੀ ਹੋਈ ਹੈ। ਇਸੇ ਕਰਕੇ ਕਹਿੰਦੇ ਆ ਗੁਰੂ ਸਾਹਿਬ, ਕਹਿੰਦੇ ਇੱਕ ਬਿੰਦ ਇੱਕ ਸਾਹ ਦਾ ਭਰੋਸਾ ਨਹੀਂ, ਆਤਮਾ ਸਾਹ ਤੇ ਸਵਾਰ ਹੈ। ਸਾਹ ਨਿਕਲਿਆ, ਆਤਮਾ ਬਾਹਰ ਆਈ। ਜੇ ਅੰਦਰ ਆਇਆ ਤੇ ਠੀਕ ਹੈ, ਜੇ ਨਾ ਆਇਆ ਤੇ ਗਈ, ਆਖੋ ਸਤਨਾਮ। ਇਸੇ ਕਰਕੇ ਕਹਿੰਦੇ ਆ ਇੱਕ ਸਾਹ ਦੇ ਫਰਕ ਕਰਕੇ ਦੀਨ ਦੁਨੀਆ ਦਾ ਫਰਕ ਹੈ। ਸਾਹ ਆ ਗਿਆ ਤੇ ਇੱਥੇ ਲੋਕ 'ਚ, ਨਿਕਲ ਗਿਆ ਪਰਲੋਕ 'ਚ, ਇੰਨਾ ਕੀ ਫਰਕ ਹੈ। ਸਾਹ ਦੇ ਉੱਤੇ ਹੀ, ਪ੍ਰਾਣਾ ਦੇ ਉੱਤੇ ਹੀ ਮਨੁੱਖ ਦੀ ਰੂਹ ਦਾ ਵਾਸਾ ਹੈ, ਉਹਦੀ ਸਵਾਰੀ ਹੈ। ਜਾਤੇ ਅਨੰਤ ਸਰੂਪ ਪਛਾਨੋ, ਜੇ ਜਾਣੇ ਸਭ ਸੰਕਟ ਹਾਨੋ। ਸਤਿਗੁਰ ਕਹਿੰਦੇ ਰਾਏ ਬੁਲਾਰ ਜੀ ਇਹੀ ਤੇ ਦੁੱਖ ਹੈ, ਸਾਨੂੰ ਸਮਝ ਨਹੀਂ ਆਇਆ ਅਸੀਂ ਕੌਣ ਆ। ਕਹਿੰਦੇ ਤੇਰਾ ਉਹੀ ਸਰੂਪ ਹੈ, ਜੇ ਤੂੰ ਉਹਨੂੰ ਪਛਾਣ ਲਿਆ ਤੇਰੇ ਸਾਰੇ ਦੁੱਖ ਖਤਮ। ਤੇ ਜਿਹਨੇ ਅਜੇ ਸਰੀਰ ਨੂੰ ਹੀ ਆਪਣਾ ਆਪ ਮੰਨਿਆ ਹੋਇਆ ਵੀ ਮੇਰਾ ਫਲਾਣਾ ਨਾਮ ਹੈ, ਮੈਂ ਫਲਾਣਾ ਸਿੰਘ ਹਾਂ, ਉਹ ਸੁਖੀ ਹੋ ਸਕਦਾ ਕਦੇ? ਮੈਂ ਕਹਿੰਦਾ ਲੱਖਾਂ ਧਾਰਮਿਕ ਥਾਵਾਂ ਤੇ 68 ਤੀਰਥਾਂ ਤੇ ਦਿਨ ਰਾਤ ਚੁੱਭੀਆਂ ਲਾਵੇ, ਜਿਹਦੀ ਹਉਮੈ ਸਰੀਰ ਤੇ ਖੜੀ ਹੈ, ਨਾ ਕਦੇ ਮੁਕਤ ਸੀ, ਨਾ ਹੈ, ਨਾ ਕਦੇ ਹੋਏਗਾ, ਆਖੋ ਸਤਨਾਮ। ਕਦੇ ਵੀ ਨਹੀਂ ਹੋਣਾ। ਹਉਮੈ ਮੁਕਤ ਹੋਣ ਦਿੰਦੀ ਹੈ। ਬਾਣੀ ਨੇ ਤੇ ਸਪਸ਼ਟ ਕਹਿ ਦਿੱਤਾ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਕਹਿੰਦੇ ਜਿੱਥੇ ਹਉਮੈ ਬੈਠੀ ਉੱਥੇ ਰੱਬ ਦਾ ਨਾਮ ਨਹੀਂ, ਰੱਬ ਨਹੀਂ ਜਿੱਥੇ ਰੱਬ ਦਾ ਨਾਮ ਉੱਥੇ ਹਉਮੈ ਹੋ ਨਹੀਂ ਸਕਦੀ। ਅਸੀਂ ਕਰਮਾਂ ਵਾਲੇ ਜਿਹੜੇ ਸਾਰਾ ਕੁਝ ਚੱਕੀ ਫਿਰਦੇ ਆ, ਨਾਲ ਨਾਮ ਵੀ ਬਹੁਤ ਜਪਦੇ ਆ, ਪਾਠ ਵੀ ਬੜਾ ਕਰਦੇ ਆ, ਤੇ ਲੈ ਮੇਰੇ ਵਰਗਾ ਕੌਣ ਹੋ ਸਕਦਾ? ਇਹ ਤੇ ਮੈਨੂੰ ਪਤਾ ਹੈ। ਜੇ ਬਾਹਰੋਂ ਨਹੀਂ ਕਹਿੰਦੇ, ਅੰਦਰੋਂ ਮੰਨੀ ਜਾਂਦੇ ਆ। ਸਤਿਗੁਰਾਂ ਦੇ ਬਚਨ ਸੁਣ ਕੇ ਰਾਏ ਬੁਲਾਰ ਸਾਹਿਬ ਇੱਕਦਮ ਸਰੀਰ ਝਰਨਾਹਟ ਵਿੱਚ ਆ ਗਿਆ। ਸਤਿਗੁਰ ਕਹਿੰਦੇ ਤੇਰੀ ਰੂਹ ਦੀ ਸਵਾਰੀ ਤੇਰੇ ਪ੍ਰਾਣਾਂ ਉੱਤੇ ਹੈ। ਇਸੇ ਕਰਕੇ ਰੱਬ ਦੇ ਪਿਆਰੇ ਆਪਣੀ ਮਰਜ਼ੀ ਨਾਲ ਪ੍ਰਾਣ ਤਿਆਗਦੇ ਨੇ, ਆਖੋ ਸਤਨਾਮ। ਮਰਜ਼ੀ ਨਾਲ ਪ੍ਰਾਣ, ਕਿਉਂਕਿ ਸਾਹਾਂ ਦੀ ਡੋਰੀ ਹੱਥ ਵਿੱਚ ਹੈ। ਹੱਥ ਸਰੀਰ ਹੈ, ਸਰੀਰ ਕਿਹਦੇ ਵੱਸ 'ਚ ਹੈ? ਆਤਮਾ ਦੇ। ਹੁਣ ਜਦੋਂ ਰਾਏ ਬੁਲਾਰ ਸਾਹਿਬ ਨੇ ਸੁਣਿਆ ਇੱਥੋਂ ਤੱਕ ਤੇ ਕਲੀਅਰ ਹੋ ਗਿਆ, ਤੁਹਾਡਾ ਵੀ ਹੋ ਗਿਆ, ਕਿਉਂਕਿ ਇਹ ਵਿਸ਼ਾ ਬਹੁਤ ਔਖਾ। ਮੇਰੀ ਕੋਸ਼ਿਸ਼ ਹੈ ਸੌਖਾ ਕਰਦੇ, ਈਜ਼ੀ ਹੋਵੇ, ਸਮਝ ਆਵੇ। ਜੇ ਸਮਝ ਹੀ ਨਹੀਂ ਆਉਂਦਾ ਫਿਰ ਮੈਂ ਆਪਣੀ ਵਿਦਵਾਨੀ ਘੋਟੀ ਜਾਵਾਂ, ਉਹਦਾ ਕੋਈ ਫਾਇਦਾ ਹੈ ਨਹੀਂ। ਸੰਗਤਾਂ ਤੇ ਵਿਦਵਤਾ ਨਹੀਂ ਵਿਖਾਈ ਦੀ ਹੁੰਦੀ, ਸੰਗਤ ਦੇ ਵਿੱਚ ਤੇ ਪਿਆਰ ਵਿੱਚ ਸਮਝਣ ਦੀ ਗੱਲ ਕਰੀਏ ਤਾਂ ਜੋ ਸਾਨੂੰ ਉਸ ਚੀਜ਼ ਦਾ ਪਤਾ ਲੱਗੇ, ਫਾਇਦਾ ਹੋਵੇ ਕੋਈ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣ ਕੇ ਰਾਏ ਬੁਲਾਰ ਸਾਹਿਬ ਜੀ ਨੂੰ ਮਹਾਰਾਜ ਕਹਿੰਦੇ, ਪਿਆਰਿਆ ਹੁਣ ਦੱਸ ਤੇਰਾ ਰੂਪ ਕੀ ਹੈ? ਮਹਾਰਾਜ ਕਿਉਂ ਸਵਾਲ ਕਰਦੇ ਆ?
ਗੁਰੂ ਸਾਹਿਬ ਜਾਣਦੇ ਆ ਕਿਤੇ ਸੂਖਸ਼ਮ ਜੀ ਹਉਮੈ ਤਿਲ ਜਿੰਨੀ ਵੀ ਅੰਦਰ ਰਹਿ ਨਾ ਜਾਵੇ। ਸੁਣ ਕਰ ਰਾਏ ਸ਼ਰੋਣ ਅਸ ਬਚਨਾ ਤਿਆਗੀ ਪ੍ਰਾਣ ਅਹੰਕੀ ਰਚਨਾ। ਹੱਥ ਜੋੜ ਕੇ ਕਹਿੰਦੇ ਸਤਿਗੁਰੂ ਜੀ ਅੱਜ ਮੈਂ ਆਪਣੇ ਪ੍ਰਾਣਾਂ ਦੀ ਰਚਨਾ ਛੱਡ ਦਿੱਤੀ ਹੈ, ਮੈਂ ਹਉਮੈ ਛੱਡਤੀ ਪ੍ਰਾਣਾਂ ਦੀ। ਕਿਉਂਕਿ ਹਰ ਬੰਦਾ ਕਹਿੰਦਾ ਹੈ ਵੀ ਯਾਰ ਮੇਰੇ ਪ੍ਰਾਣ ਨਾ ਨਿਕਲ ਜਾਣ, ਮੈਂ ਆਹ ਦਵਾਈ ਨਹੀਂ ਖਾਣੀ ਮੈਨੂੰ ਕੁਛ ਨਾ ਹੋ ਜੇ, ਮੈਂ ਫਲਾਣੀ ਥਾਂ ਨਹੀਂ ਜਾਣਾ, ਮੈਂ ਉੱਚੀ ਥਾਂ ਨਹੀਂ ਚੜ੍ਹ ਸਕਦਾ, ਮੈਂ ਖਤਰਾ ਨਹੀਂ ਮੁੱਲ ਲੈਣਾ, ਮੈਨੂੰ ਜ਼ਿੰਦਗੀ ਬੜੀ ਪਿਆਰੀ ਹੈ। ਨਾ, ਜ਼ਿੰਦਗੀ ਤੇਰੇ ਹੱਥ ਨਹੀਂ। ਜਿੱਦਣ ਜਾਣ ਦੀ ਵਾਰੀ ਆ ਗਈ ਨਾ ਬੈੱਡ ਤੇ ਬੈਠੇ ਨੂੰ ਲੈ ਜਾਣਾ। ਆਖੋ ਸਤਨਾਮ। ਇਹ ਬਹਾਨੇ ਆ, ਜ਼ਿੰਦਗੀ ਨੂੰ ਖੁੱਲ੍ਹ ਕੇ ਜੀਓ। ਐ ਮੈਂ ਡਰ ਡਰ ਕੇ ਜਿਉਣਾ, ਹਾਏ ਮੈਨੂੰ ਕੁਛ ਨਾ ਹੋ ਜੇ। ਜਿੱਦਣ ਹੋਣ ਤੇ ਆ ਗਿਆ ਉਹ ਫਿਰ ਜਿਹੜੇ ਮਰਜ਼ੀ ਹਸਪੀਟਲ ਚੱਲ ਜੀ, ਸਭ ਕਹਿੰਦੇ ਸੌਰੀ ਲੇਟ ਹੋ ਗਏ, ਬਚ ਨਹੀਂ ਸਕਿਆ, ਬਚਾ ਨਹੀਂ ਸਕੇ। ਤੇ ਜਿਹਨੂੰ ਉਹਨੇ ਬਚਾਉਣਾ ਨਾ, ਧਰਤੀ ਵਿੱਚ ਦਬੇ ਲੋਕ ਬੋਰਵੈਲ ਵਿੱਚ 24 ਘੰਟੇ, ਕਈ ਵਾਰ ਖੂਹੀਆਂ ਦਬ ਜਾਂਦੀਆਂ ਪਿੰਡਾਂ ਦੇ ਵਿੱਚ, ਮਿੱਟੀ ਭਰ ਜਾਂਦੀ ਉੱਤੇ, ਟਰੈਕਟਰਾਂ ਨਾਲ JCBਆਂ ਨਾਲ ਕੱਢੀ ਜਾਂਦੀ ਆ, 48 ਘੰਟੇ ਲੱਗ ਜਾਂਦੇ, ਕਈ ਵਾਰ ਉਹਨਾਂ ਦੇ ਵੀ ਸਾਹ ਚੱਲ ਪੈਂਦੇ ਆ। ਇਹਨੂੰ ਕਹਿੰਦੇ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ। ਉਹ ਚਾਹੇ ਨਾ ਸਾਹਾਂ ਬਿਨਾਂ ਰੱਖ ਸਕਦਾ ਹੈ, ਪਰ ਤੂੰ ਆਪਣੇ ਸਾਹਾਂ ਤੇ ਕੰਟਰੋਲ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਸਭ ਕੁਝ ਉਹਦੇ ਹੱਥ ਹੈ। ਪ੍ਰਭ ਡੋਰੀ ਹਾਥ ਤੁਮਾਰੇ। ਜਦੋਂ ਬਾਣੀ ਨੇ ਸਪਸ਼ਟ ਕਹਿਤਾ ਰੱਬਾ ਤੇਰੇ ਹੱਥ ਡੋਰ ਹੈ, ਫਿਰ ਤੂੰ ਕਿਉਂ ਡਰੀ ਜਾਂਦਾ? ਡੋਰੀ ਉਹਦੇ ਹੱਥ, ਡਰ ਤੈਨੂੰ ਲੱਗਦਾ ਸੱਜਣ ਤੇਰਾ ਵਿਸ਼ਵਾਸ ਪਾਤਰ ਆ, ਉਹ ਪਿਆਰਾ ਤੇਰਾ, ਤੇਰੇ ਨਾਲ ਗਦਾਰੀ ਨਹੀਂ ਕਰੇਗਾ। ਜਿੱਦਣ ਸਵਾਸਾਂ ਦਾ ਸਮਾਂ ਆ ਗਿਆ ਉਹਨੇ ਲੈ ਜਾਣਾ, ਫਿਰ ਤੈਨੂੰ ਵੀ ਦੱਸ ਕੇ ਨਹੀਂ ਲੈ ਕੇ ਜਾਣਾ। ਰਾਏ ਬੁਲਾਰ ਸਾਹਿਬ ਕਹਿੰਦੇ ਮਹਾਰਾਜ ਮੈਂ ਆਪਣੇ ਪ੍ਰਾਣਾਂ ਦੀ ਹਉਮੈ ਛੱਡਤੀ। ਪ੍ਰਾਣ ਹਰ ਇੱਕ ਨੂੰ ਪਿਆਰੇ ਆ, ਹੋਣੇ ਵੀ ਚਾਹੀਦੇ ਆ, ਪਰ ਪ੍ਰਾਣਾਂ ਦੀ ਹਉਮੈ ਨਾ ਹੋਵੇ ਵੀ ਮੈਨੂੰ ਕੋਈ ਮਾਰ ਨਹੀਂ ਸਕਦਾ। ਇਹ ਕੀ ਹੈ ਪ੍ਰਾਣਾਂ ਦੀ ਹਉਮੈ? ਬੜੇ ਲੋਕੀ ਕਹਿੰਦੇ ਆ ਨਾ ਇਹੋ ਜੀ ਗੋਲੀ ਨਹੀਂ ਬਣੀ ਜਿਹੜੀ ਜੱਟ ਨੂੰ ਮਾਰ ਦੂਗੀ। ਮੁੜ ਕੇ ਜੱਟ ਰੋਡ ਤੇ ਚੱਲਿਆ ਪਿਆ ਹੁੰਦਾ, ਚੱਕਿਆ ਵੀ ਨਹੀਂ ਜਾਂਦਾ, ਪਛਾਣਿਆ ਵੀ ਨਹੀਂ ਜਾਂਦਾ। ਹੁਲੀਆ ਕਾਹਦੀ ਹਉਮੈ ਸੀ? ਪ੍ਰਾਣਾਂ ਦੀ, ਸਰੀਰ ਦੀ, ਇੰਦਰੀਆਂ ਦੀ। ਉਹਨੂੰ ਪਤਾ ਸੀ ਮੈਨੂੰ ਕੋਈ ਮਾਰੂ ਮੈਂ ਬਚ ਜਾਊਂ, ਮੈਂ ਸਾਵਧਾਨ ਹੋਊਂ। ਰਾਏ ਬੁਲਾਰ ਸਾਹਿਬ ਕਹਿੰਦੇ ਮਰਦ ਮੈਂ ਆਪਣੇ ਪ੍ਰਾਣਾਂ ਦੀ ਹਉਮੈ ਵੀ ਅੱਜ ਤਿਆਗ ਦਿੱਤੀ ਹੈ। ਬੋਲਿਓ ਜਗਤ ਲਖਿਓ ਸਭ ਕਾਚਾ ਪ੍ਰਾਣ ਨਹੀਂ ਮੈਂ ਸਾਚ ਉਬਾਚਾ। ਸਤਿਗੁਰੂ ਹੱਸ ਕੇ ਕਹਿੰਦੇ ਰਾਏ ਬੁਲਾਰ ਸਾਹਿਬ ਦੱਸੋ ਹੁਣ ਕੀ ਦਿਸਦਾ ਤੁਹਾਨੂੰ, ਨਜ਼ਰ ਕੀ ਆਉਂਦਾ ਹੈ? ਕਹਿੰਦੇ ਮਰਦ ਮੈਂ ਆਪਣੇ ਪ੍ਰਾਣਾਂ ਦੀ ਹਉਮੈ ਛੱਡੀ, ਹੁਣ ਮੈਨੂੰ ਦੁਨੀਆ ਕੱਚੀ ਤੇ ਝੂਠੀ ਦਿਸਦੀ। ਆਖੋ ਸਤਨਾਮ। ਇੱਥੇ ਆ ਕੇ ਝੂਠੀ ਦਿਸਣੀ ਦੁਨੀਆ। ਐਵੇਂ ਨਹੀਂ ਵੀ 4 ਵਾਰ ਸੁਣਿਆ ਕਥਾ 'ਚ ਵੀ ਦੁਨੀਆ ਝੂਠੀ ਕਹੀ ਚਲੋ ਹਾਂ ਜੀ ਸੰਸਾਰ ਝੂਠਾ ਏ। ਜਦੋਂ ਪਤਾ ਲੱਗਿਆ ਨਾ ਵੀ ਇੱਥੇ ਅੱਜ ਇੰਨੀ ਤਨਖਾਹ ਘਟ ਜਾਣੀ ਹੈ, ਫਲਾਣੇ ਨੇ ਅੱਜ ਤੈਨੂੰ ਕਿਰਾਇਆ ਨਹੀਂ ਦੇਣਾ, ਮੈਂ ਕਹਿੰਦਾ ਜਾਨ ਤਲੀ ਤੇ ਆਈ ਹੁੰਦੀ। ਜਿਹੜਾ ਕਹਿੰਦਾ ਦੁਨੀਆ ਝੂਠੀ ਕਿਰਾਏਦਾਰ ਨੂੰ ਕਹਿੰਦਾ ਚੱਲ ਓਏ ਕਰ ਖਾਲੀ ਇਹਨੂੰ, ਦੁਖੀ ਕੀਤਾ ਸਾਨੂੰ। ਇਹ ਕਹਿਣ ਦੀਆਂ ਗੱਲਾਂ ਨਾ ਅਸੀਂ ਜਿਹੜੀਆਂ ਮੰਨੀ ਫਿਰਦੇ ਦੁਨੀਆ ਝੂਠੀ। ਪਰ ਇੱਥੇ ਇਸ ਅਵਸਥਾ ਤੇ ਖੜ ਕੇ ਵੇਖਿਆ, ਉੱਚਾ ਚੜ ਕੇ ਦੇਖਿਆ ਘਰ ਘਰ ਇਹਾ ਅੱਗ। ਉਹ ਉੱਚਾ ਕਿਹੜਾ ਏ? ਭਗਤ ਕਬੀਰ ਇਸ ਪੌੜੀ ਦੀ ਗੱਲ ਕਰਦੇ ਆ, ਇਸ ਮੰਜ਼ਲ ਦੀ ਗੱਲ ਕਰਦੇ ਆ। ਕਹਿੰਦੇ ਜਦ ਮੈਂ ਜਾਣਿਆ ਵੀ ਪ੍ਰਾਣ ਮੇਰੇ ਨਹੀਂ, ਕਿਉਂ ਕਿਹਾ ਉਹਨਾਂ ਪ੍ਰਾਣ ਮੇਰੇ ਨਹੀਂ? ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਕਹਿੰਦੇ ਜਦੋਂ ਮੈਨੂੰ ਡੋਬਣ ਵਾਸਤੇ ਸੰਗਲ ਪਾ ਲੇ, ਹਾਥੀਆਂ ਦੇ ਪੈਰਾਂ ਥੱਲੇ ਦਰੜਿਆ, ਮੈਨੂੰ ਪਾਣੀ 'ਚ ਡੋਬਿਆ, ਉਦੋਂ ਮ੍ਰਿਗਸ਼ਾਲਾ ਤੇ ਪਰਮਾਤਮਾ ਨੇ ਭਗਤ ਕਬੀਰ ਨੂੰ ਬਿਠਾਇਆ। ਕਹਿੰਦੇ ਡੁੱਬਦੇ ਨੂੰ ਉਹਨੇ ਆਪ ਬਚਾਇਆ। ਇਸ ਲਈ ਪ੍ਰਾਣ ਆਉਂਦੇ ਆ। ਫਿਰ ਪ੍ਰਭ ਜੀ ਤੂੰ ਮੇਰੋ ਪ੍ਰਾਣ ਆਧਾਰਾ। ਫਿਰ ਸਿੱਖਾਂ ਨੇ ਕਿਹਾ, ਪਿਆਰਿਆਂ ਨੇ ਕਿਹਾ ਰੱਬਾ ਮੇਰਿਆ ਤੂੰ ਮੇਰੇ ਪ੍ਰਾਣਾਂ ਦਾ ਆਸਰਾ ਏ। ਤੇ ਜਦੋਂ ਰੱਬ ਨਹੀਂ ਸੀ ਮਿਲਿਆ, ਹਉਮੈ ਸੀ, ਉਦੋਂ ਕਹਿੰਦੀ ਸੀ ਮੈਂ ਆਪਣੀ ਸੈਲਫ ਡਿਫੈਂਸ ਕਰਦਾ, ਮੇਰੀ ਜ਼ਿੰਦਗੀ ਮੇਰੇ ਹੱਥ ਹੈ, ਮੇਰੀ ਸੋਚ ਮੇਰੇ ਹੱਥ ਹੈ, ਮੇਰੀ ਮਰਜ਼ੀ। ਕਹਿੰਦੇ ਮਹਾਰਾਜ ਮੈਨੂੰ ਅੱਜ ਲੱਗ ਗਿਆ ਪਤਾ ਵੀ ਦੁਨੀਆ ਝੂਠੀ ਹੈ, ਸੰਸਾਰ ਕੂੜਾ ਹੈ, ਇਹ ਸੱਚਾ ਨਹੀਂ ਹੈ। ਮਨ ਸਰੂਪ ਮੈਂ ਆਪਣਾ ਜਾਨਾ ਜਾ ਕੇ ਹੈ ਅਧੀਨ ਸਭ ਗਿਆਨਾ। ਦੀਨ ਦੁਨੀਆ ਦੇ ਮਾਲਕ ਨੇ ਫਿਰ ਚੌਥਾ ਸਵਾਲ ਕੀਤਾ। ਕਹਿੰਦੇ ਰਾਏ ਬੁਲਾਰ ਸਾਹਿਬ ਤੁਹਾਡਾ ਰੂਪ ਕੀ ਹੈ ਹੁਣ ਦੱਸੋ? ਸਭ ਕੁਝ ਸੋਚ ਕੇ ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਲੱਗਦਾ ਮੇਰਾ ਸਰੂਪ ਮੇਰਾ ਮਨ ਹੈ। ਮਨ ਇਹ ਅਸਲ ਜੜ ਹੈ। ਆ ਜਿੰਨੇ ਆਪਾਂ ਭਟਕਦੇ ਫਿਰਦੇ ਹਾਂ ਨਾ ਦੁਨੀਆ ਤੇ, ਜਿੰਨੇ ਦੁਖੀ ਸੁਖੀ ਆ ਕਿਹਦੇ ਕਰਕੇ ਆ? ਇਸੇ ਕਰਕੇ ਆ। ਮਨ ਕਰਕੇ ਹੀ ਦੁਖੀ ਆ, ਮਨ ਕਰਕੇ ਹੀ ਸੁਖੀ ਆ।
ਹੁਣ ਬੜੀ ਔਖੇ ਪਹੁੰਚੇ ਆ ਮਨ ਤੱਕ। ਅਸੀਂ ਤੇ ਸਿੱਧੇ ਮਨ ਦੀਆਂ ਗੱਲਾਂ ਕਰਦੇ ਆ ਜੀ, ਮੇਰਾ ਮਨ ਵਸ ਹੋ ਗਿਆ ਜੀ, ਮੈਂ 2 ਦਿਨ ਪਾਠ ਕੀਤਾ, ਮੈਂ ਫਲਾਣੇ ਕੋਲ ਗਿਆ, ਮੇਰਾ ਮਨ ਟਿਕ ਗਿਆ। ਇਹ ਭੁਲੇਖਾ ਤੇਰਾ। ਜਿੱਦਣ ਸਤਿਗੁਰ ਦੀ ਕਿਰਪਾ ਹੋਈ, ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਜਿੱਦਣ ਗੁਰੂ ਦੀ ਕਿਰਪਾ ਹੋਗੀ ਵਸ ਉਦਣ ਆਉਣਾ। ਇਹ ਤੇ 1 ਸੈਕਿੰਡ ਵਸ ਨਹੀਂ ਆਉਂਦਾ। ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਮਹਾਰਾਜ ਮੈਂ ਜਾਣਿਆ ਮੇਰਾ ਮਨ ਮੇਰਾ ਰੂਪ ਹੈ। ਆਪਾਂ ਵੀ ਕਹਿੰਦੇ ਆ ਮੇਰਾ ਮਨ ਨਹੀਂ ਮੰਨਦਾ, ਮੈਂ ਕਰਾਂ ਨਾ ਕਰਾਂ, ਮੇਰਾ ਮਨ ਕਹਿੰਦਾ ਇਹ ਬੰਦਾ ਠੀਕ ਨਹੀਂ ਹੈ, ਮੇਰਾ ਮਨ ਕਹਿੰਦਾ ਇਹ ਤੇ ਭਰੋਸਾ ਕੀਤਾ ਜਾ ਸਕਦਾ। ਕਹਿੰਦੇ ਪਾਤਸ਼ਾਹ ਮੈਂ ਪ੍ਰਾਣ ਨਹੀਂ, ਮੈਂ ਸਰੀਰ ਨਹੀਂ, ਮੈਂ ਔਰਗਨ, ਮੈਂ ਇੰਦਰੇ ਨਹੀਂ, ਪਰ ਮੈਨੂੰ ਲੱਗਦਾ ਹੈ ਮੇਰਾ ਸਰੂਪ ਮਨ ਹੈ। ਸਾਵਧਾਨ ਮਨ ਹੋਏ ਨ ਜੋ ਲੋ, ਗਿਆਨ ਉਪਾਵੈ ਕੋਈ ਨਾ ਤੋਲੋ। ਕਹਿੰਦੇ ਪਾਤਸ਼ਾਹ ਜਦੋਂ ਤੱਕ ਮਨ ਸਾਵਧਾਨ ਨਹੀਂ ਹੁੰਦਾ ਉਦੋਂ ਤੱਕ ਅੰਤਰ ਆਤਮੇ ਦਾ ਗਿਆਨ ਨਹੀਂ ਹੁੰਦਾ। ਇਹ ਗੱਲਾਂ ਠੀਕ ਨੇ, ਕਿਉਂਕਿ ਸਾਰੇ ਧਰਮਾਂ 'ਚ ਇਹੀ ਰੌਲਾ ਹੈ, ਮਨ ਟਿਕਾਓ, ਮਨ ਟਿਕਾਓ। ਅੱਜ ਕੱਲ੍ਹ ਦੇ ਵਿਦਵਾਨ ਕਹਿੰਦੇ ਮਨ ਸਾਫ਼ ਹੋਣਾ ਚਾਹੀਦਾ, ਗੁਰਦੁਆਰੇ ਜਾਣ ਦੀ ਲੋੜ ਕੀ ਹੈ। ਇਹੀ ਰੌਲਾ ਹੈ। ਤੁਹਾਡੇ 'ਚ ਵੀ ਬੜੇ ਹੋਣੇ ਜਿਹੜੇ ਗੱਲਾਂ ਕਰਦੇ ਮਨ ਸਾਫ਼। ਕੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮਨ ਸਾਫ਼ ਨਹੀਂ ਸੀ ਜਿਨ੍ਹਾਂ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਅੰਮ੍ਰਿਤ ਛਕਾਇਆ, ਆਪ ਛਕਿਆ? ਮਾਤਾ ਗੁਜਰ ਕੌਰ ਜੀ ਨੇ, ਸਤਿਗੁਰਾਂ ਦੇ ਪਰਿਵਾਰ ਨੇ ਛਕਿਆ। ਕੌਮ ਲਈ ਜਿਨ੍ਹਾਂ ਸਰਵੰਸ ਵਾਰ ਦਿੱਤਾ, ਮਨ ਸਾਫ਼ ਨਹੀਂ? ਤੇ ਮੇਰੇ ਵਰਗਾ ਕਹਿੰਦਾ ਗੁਰਦੁਆਰੇ ਜਾਣ ਦਾ ਫਾਇਦਾ ਕੀ ਹੈ, ਮਨ ਸਾਫ਼ ਹੋਣਾ ਚਾਹੀਦਾ। ਕਿਹੜੀ ਦੁਨੀਆ 'ਚ ਤੁਰੇ ਫਿਰਦੇ ਆ, ਕਿਹੜੇ ਹਾਲਾਤਾਂ 'ਚ ਤੁਰੇ ਫਿਰਦੇ ਆ? ਇਹਦਾ ਮਤਲਬ ਅਸੀਂ ਤੇ ਦੁਨੀਆ ਤੋਂ ਵੀ ਟੁੱਟੇ ਹੋਏ ਆ। ਰੱਬ ਨਾਲ ਤੇ ਕੀ ਜੋੜਨਾ? ਅਸੀਂ ਤੇ ਦੁਨੀਆ ਦੇ ਵਿੱਚ ਰਹਿ ਕੇ ਉਲਝੇ ਫਿਰਦੇ ਆ। ਗੁਰੂ ਸਾਹਿਬ ਨੂੰ ਕਹਿੰਦੇ ਮਹਾਰਾਜ ਮਨ ਵੱਡੇ ਵੱਡੇ ਫੈਸਲੇ ਲੈਂਦਾ ਹੈ, ਮਨ ਮਰਜ਼ੀ ਕਰਦਾ ਹੈ, ਮਨ ਆਪਣੀ ਮਰਜ਼ੀ ਦੇ ਨਾਲ ਦੁਨੀਆ ਛੱਡ ਸਕਦਾ ਤੇ ਮਰਜ਼ੀ ਨਾਲ ਆ ਨਹੀਂ ਸਕਦਾ। ਕਿਸੇ ਦਾ ਫੈਸਲਾ ਹੁੰਦਾ ਮੈਂ ਸੁਸਾਈਡ ਕਰਨਾ, ਮੈਂ ਮਰਨਾ, ਇਹ ਕੌਣ ਕਹਿੰਦਾ? ਮਨ ਕਹਿੰਦਾ ਹੈ। ਮਨ ਕਹਿੰਦਾ ਤੇਰੇ ਹੁਣ ਜਿਉਣ ਦਾ ਫਾਇਦਾ ਕੀ, ਤੇਰੇ ਸਾਰੇ ਰਸਤੇ ਸਟਕ ਹੋ ਗਏ, ਤੇਰਾ ਕੁਛ ਨਹੀਂ ਹੈ ਇੱਥੇ। ਉਹ ਸੋਚਣ ਨਹੀਂ ਦਿੰਦਾ ਕੁਛ ਅੱਗੇ, ਗਲਤ ਫੈਸਲੇ ਲੈਂਦਾ। ਰਾਏ ਬੁਲਾਰ ਸਾਹਿਬ ਕਹਿੰਦੇ ਮਹਾਰਾਜ ਫਿਰ ਮਨ ਤੇ ਮੇਰਾ ਰੂਪ ਹੋਇਆ ਨਾ। ਹੁਣ ਬਾਣੀ ਵੀ ਕਹਿੰਦੀ ਹੈ ਜੀ, ਸਵਾਲ ਹੈ, ਸਤਿਗੁਰ ਕਹਿੰਦੇ ਮਨ ਤੂੰ ਜੋਤ ਸਰੂਪ ਹੈ। ਇਹੀ ਤੇ ਰਾਏ ਬੁਲਾਰ ਸਾਹਿਬ ਕਹਿੰਦੇ ਮੈਂ ਮਾਨਾ। ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਤੂੰ ਮਨ ਵੀ ਨਹੀਂ ਹੈ। ਮੈਂ ਇਸ ਕਲਪ ਕੀਓ ਅਸ ਭਾਂਤੇ, ਜਾਂ ਤੇ ਜੀਤੋਂ ਸਕਲ ਅਰਾਤੇ। ਸਤਿਗੁਰ ਪੁੱਛਦੇ ਤੁਸੀਂ ਮਨ ਕਿਵੇਂ ਹੋ? ਕਹਿੰਦੇ ਮਰਦ ਮੇਰੇ ਮਨ ਨੇ ਸੰਕਲਪ ਕੀਤਾ ਵੀ ਮੈਂ ਦੁਨੀਆ ਜਿੱਤ ਲਈ, ਮੈਂ ਇਹਨੂੰ ਜਿੱਤ ਲੈਣਾ, ਪਰ ਮੈਂ ਇਹਨੂੰ ਕੁਛ ਨਹੀਂ ਕਹਿਣਾ। ਇਹ ਵੀ ਮੰਨਦਾ ਹੈ ਤੇ ਮੇਰਾ ਦੁਸ਼ਮਣ ਹੈ, ਪਰ ਮੇਰਾ ਮਨ ਕਹਿੰਦਾ ਯਾਰ ਇਹ ਤੇਰਾ ਮਿੱਤਰ ਹੈ, ਇਹਨੂੰ ਕੁਛ ਨਾ ਕਿਹਾ ਕਰ। ਜਿੱਦਣ ਮਨ ਨੇ ਮਿੱਤਰ ਨੂੰ ਦੁਸ਼ਮਣ ਕਹੇ ਤਾਂ ਲੱਖ ਯਤਨ ਕਰ ਲਾ ਚੰਗੇ ਬਣਨ ਦੇ, ਉਹ ਨਹੀਂ ਤੈਨੂੰ ਆਪਣਾ ਬਣਾਉਂਦਾ। ਮਨ ਨਹੀਂ ਕਹਿੰਦਾ, ਮਨ ਨੇ ਇਤਵਾਰ ਚੁੱਕਤਾ। ਹੁਣ ਗੁਰਬਾਣੀ ਵੀ ਕਹਿੰਦੀ ਹੈ ਮਨਾ ਤੂੰ ਰੱਬ ਹੈ, ਤੂੰ ਪਰਮਾਤਮਾ ਹੈ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਤੂੰ ਰੱਬ ਨਹੀਂ ਹੈ। ਘੁੰਡੀ ਫਸ ਗਈ ਨਾ। ਹੁਣ ਜੇ ਮੈਂ ਸੋਚਾਂ ਮੈਂ ਤੁਹਾਨੂੰ ਇਹ ਪੰਕਤੀ ਸੁਣਾਵਾਂ ਹੀ ਨਾ ਵੀ ਮਨ ਤੂੰ ਜੋਤ ਸਰੂਪ ਹੈ, ਮੈਂ ਤੇ ਇੱਧਰ ਸੁਣਾਈ ਜਾਵਾਂ ਘੋਟਾ ਲਾ ਕੇ ਵੀ ਆਹ ਇੱਦਾਂ ਆਹ ਇੱਦਾਂ, ਕੱਲ੍ਹ ਨੂੰ ਤੁਹਾਡੇ 'ਚ ਉੱਠ ਕੇ ਕੋਈ ਕਹਿ ਦੇ ਭਾਈ ਸਾਹਿਬ ਤੁਸੀਂ ਕਹਿੰਦੇ ਮਨ ਪਰਮਾਤਮਾ ਨਹੀਂ ਹੈ, ਗੁਰੂ ਨਾਨਕ ਸਾਹਿਬ ਵੀ ਕਹਿ ਰਹੇ ਆ, ਪਰ ਬਾਣੀ 'ਚ ਸਤਿਗੁਰ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਵੀ ਮਨਾ ਤੂੰ ਹੀ ਰੱਬ ਹੈ, ਤੂੰ ਹੀ ਪਰਮਾਤਮਾ ਹੈ, ਆਪਣਾ ਆਪ ਜਾਣ ਤੂੰ। ਫਿਰ ਤੇ ਗੱਲਾਂ ਅਲੱਗ-ਅਲੱਗ ਹੋ ਗਈਆਂ, ਵਿਰੋਧੀ ਭਾਸ ਹੋ ਗਿਆ ਨਾ, ਸਵਾਲ ਉੱਠ ਗਿਆ। ਤੇ ਫਿਰ ਉਹ ਕਾਹਦੀ ਗੁਰੂ ਦੀ ਮਹਿਮਾ ਜਿਹਦੇ ਵਿੱਚ ਸ਼ੰਕਾ ਪੈਦਾ ਹੋ ਜੇ, ਹੋਣਾ ਨਹੀਂ ਚਾਹੀਦਾ। ਸ਼ੰਕਾ ਤੇ ਨਿਵਰਤ ਕਰਨ ਆਏ ਆ, ਇਹੀ ਤੇ ਸਮਝਣੇ ਆਏ ਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤੇਰਾ ਰੂਪ ਨਹੀਂ, ਕਹਿੰਦੇ ਮਹਾਰਾਜ ਮਨ ਮੇਰਾ ਰੂਪ ਹੈ। ਮੇਰੇ ਮਨ ਨੇ ਕਿਹਾ ਮੈਂ ਫੌਜਾਂ ਜਿੱਤਣੀਆਂ ਨੇ ਤੇ ਮੈਂ ਜਿੱਤ ਕੇ ਵਿਖਾਈਆਂ ਨੇ। ਮਨ ਕੋ ਧਰਮ ਸਕਲਪ ਉਠਾਵਤ, ਸੋ ਸਭ ਆਪਨ ਮੈਂ ਲਖ ਪਾਵਤ। ਸਤਿਗੁਰੂ ਜੀ ਇਹ ਤੇ ਮੇਰੇ ਮਨ ਦੀ ਮਰਜ਼ੀ ਆ ਨਾ। ਮਨ ਮੇਰੇ ਨੇ ਸੰਕਲਪ ਪੈਦਾ ਕਰਤਾ ਵੀ ਮੈਂ ਆ ਜ਼ਮੀਨ ਤੇ ਕਬਜ਼ਾ ਕਰਨਾ ਹੀ ਕਰਨਾ ਹੈ। ਲੱਖ ਧਰਮ ਦੀਆਂ ਗੱਲਾਂ ਸੁਣਾਈ ਜਾਓ ਇਹਨੂੰ ਵੀ ਬਗਾਨੀ ਥਾਂ ਨਹੀਂ ਦੱਬਣੀ, ਬਗਾਨੀ ਮਾਇਆ ਨਹੀਂ ਖੋਣੀ। ਇਹ ਕਹਿੰਦਾ ਪਰਾਂ ਹੋ ਵੱਡਾ ਗਿਆਨੀ ਬਣਿਆ, ਇੱਥੇ ਤੇ ਮੇਰੀ ਜਾੜ ਥੱਲੇ ਆਇਆ ਹੋਇਆ ਹੈ। ਮਨ ਕਹਿੰਦਾ, ਮਨ ਕਹਿੰਦਾ ਮੈਂ ਸੁਧਰਨਾ ਹੀ ਨਹੀਂ। ਕੀ ਕਰੋਗੇ ਤੁਸੀਂ? ਬੱਚੇ ਤੁਹਾਡੇ ਦਾ ਮਨ ਆਖੇ ਵੀ ਮੈਂ ਤੇ ਬੰਦਾ ਨਹੀਂ ਬਣਦਾ, ਗੁਰਦੁਆਰੇ ਲੈ ਜਾਓ, ਮੰਦਰ ਲੈ ਜਾਓ, ਮਸਜਿਦ ਲੈ ਜਾਓ, ਉੱਥੇ ਜਾ ਕੇ ਵੀ ਪੁੱਠੇ ਕੰਮ ਲਾਂਭੇ ਲੈ ਕੇ ਆਉਂਦਾ ਹੈ। ਕਹਿੰਦੇ ਹੁਣ ਕੀ ਕਰੀਏ? ਤੇ ਜਿਹਦਾ ਮਨ ਮੰਨ ਗਿਆ ਨਾ ਉਹ ਠੇਕੇ ਤੋਂ ਵਾਪਸ ਤੁਰਦਾ ਗੁਰਦੁਆਰੇ, ਕਹਿੰਦਾ ਨਹੀਂ ਅੱਜ ਤੋਂ ਬਾਅਦ 1 2 3 ਰੱਬਾ ਮੇਰਿਆ ਬਖਸ਼ੀ ਮੈਨੂੰ, ਮੈਨੂੰ ਇਸ ਕੋੜ ਤੋਂ ਬਚਾ ਲੈ, ਮੈਂ ਤੇਰਾ ਹੀ ਹਾਂ।
ਉਹ ਆ ਕੇ ਅਰਦਾਸ ਕਰਦਾ, ਪਾਤਸ਼ਾਹ ਮੈਨੂੰ ਬਚਾ ਲਈ, ਮੈਂ ਇਸ ਨਰਕ ਤੋਂ ਨਿਕਲਣਾ ਚਾਹੁੰਦਾ। ਮਨ ਕਹਿੰਦਾ ਹੈ। ਹੁਣ ਮਨ ਕਰਕੇ ਤੇ ਸਾਰਾ ਕੁਝ ਹੈ, ਮਨ ਕਰਕੇ ਸਾਰੀ ਦੁਨੀਆ, ਹਰੇਕ ਬੰਦਾ ਹੀ ਮਨ ਦਾ ਮਾਰਿਆ ਹੋਇਆ ਹੈ। ਅਸੀਂ ਗੁਰਮੁਖ ਤੇ ਬਣੇ ਨਹੀਂ। ਮਨਮੁਖ ਕਿਹਨੂੰ ਕਹਿੰਦੇ ਆ ਜੀ? ਜਿਹੜਾ ਮਨ ਦੇ ਮਗਰ ਲੱਗਾ। ਜਿਹਨੇ ਮਨ ਦਾ ਕਹਿਣਾ ਮੰਨਣਾ ਛੱਡਤਾ, ਗੁਰੂ ਦਾ ਮੰਨਿਆ, ਉਹ ਗੁਰਮੁਖ ਹੈ। ਭਾਵੇਂ ਸਾਨੂੰ ਲੋਕ ਐਵੇਂ ਚਿੱਟੇ ਕੱਪੜੇ ਵੇਖ ਕੇ ਗੁਰਮੁਖ ਪਿਆਰਾ ਕਹੀ ਜਾਂਦੇ, ਮਾਫ ਕਰਿਓ, ਮੈਂ ਤੇ ਹੈ ਨਹੀਂ ਭਾਈ। ਹੋਊਗਾ ਤਾਂ ਜਿੱਦਣ ਮੈਂ ਆਪਣੇ ਮਨ ਦੀ ਮਰਜ਼ੀ ਛੱਡਤੀ। ਆਖੋ ਸਤਨਾਮ। ਇੱਥੇ ਤੇ ਕਿਤੇ ਮਾੜੀ ਜੀ ਗੱਲ ਹੋ ਜਾਵੇ, ਮੈਂ ਨਹੀਂ ਜਾਂਦਾ ਉੱਥੇ, ਮੇਰੀ ਮਰਜ਼ੀ, ਤੂੰ ਕੌਣ ਆ ਮੈਨੂੰ ਹਟਾਉਣ ਵਾਲਾ, ਕਹਿਣ ਵਾਲਾ, ਕਹਾਉਣ ਵਾਲਾ? ਖੜੇ ਆ ਨਾ ਸੀ ਇੱਥੇ। ਸੱਚ ਹੈ ਇਹ। ਗੁਰੂ ਸਾਹਿਬ ਦੇ ਸਨਮੁਖ ਰਾਏ ਬੁਲਾਰ ਸਾਹਿਬ ਜੀ ਨੇ ਆਪਣੀ ਪੇਸ਼ਕਸ਼ ਰੱਖ ਦਿੱਤੀ। ਕਹਿੰਦੇ ਮਹਾਰਾਜ ਫਿਰ ਮਨ ਤੇ ਮੇਰਾ ਹੀ ਰੂਪ ਹੈ। ਜਦੋਂ ਐਡਾ ਵੱਡਾ ਮਨ ਦਾ ਕਬਜ਼ਾ ਹੈ, ਮਨ ਕਰੇ ਸਰੀਰ ਨੂੰ ਲੈ ਜਾਂਦਾ, ਮਨ ਮੁੱਕਰ ਜਾਏ ਤੇ ਸਰੀਰ ਜਾ ਨਹੀਂ ਸਕਦਾ ਕਿਤੇ। ਤੁਸੀਂ ਕਿਤੇ ਜਾਣਾ ਚਾਹੁੰਦੇ, ਤੁਹਾਡਾ ਮਨ ਕਹਿੰਦਾ ਹੈ, ਤੁਹਾਨੂੰ ਕਿਸੇ ਨੇ ਕਿਹਾ ਮੌਸਮ ਖਰਾਬ ਹੈ ਪਹਾੜਾਂ 'ਚ, ਕਹਿੰਦਾ ਨਹੀਂ ਜਾਣਾ ਹੀ ਜਾਣਾ, ਜੋ ਮਰਜ਼ੀ ਹੋ ਜੇ, ਮੇਰਾ ਦਿਲ ਕਰਦਾ, ਮੇਰਾ ਮਨ ਕਹਿੰਦਾ। ਤੇ ਜੇ ਮਨ ਬੇਈਮਾਨ ਹੋ ਗਿਆ ਨਾ, ਤਿਆਰ ਹੋਇਆ, ਬੈਗ ਰੱਖਿਆ, ਝੋਲਾ ਰੱਖਿਆ, ਚੁੱਕ ਲੈਂਦਾ, ਕਹਿੰਦਾ ਨਹੀਂ ਮੈਂ ਨਹੀਂ ਜਾਣਾ। ਉਹ ਕਹਿੰਦੇ ਕਿਉਂ? ਕਹਿੰਦਾ ਮੂਡ ਚੇਂਜ ਹੋ ਗਿਆ, ਮੇਰਾ ਮਨ ਨਹੀਂ ਕਰਦਾ ਜਾਣ ਨੂੰ। ਜਿਹਦਾ ਦਿਲ ਨਾ ਕਰੇ ਉਹਨੂੰ ਲੈ ਵੀ ਜਾਓਗੇ, ਤੁਹਾਡੇ ਨਾਲ ਜਾ ਕੇ ਵੀ ਉਹਦੀ ਲਾਸ਼ ਹੀ ਤੁਰੀ ਫਿਰਦੀ, ਉਹ ਤੁਹਾਡੇ ਨਾਲ ਥੋੜ੍ਹੀ ਹੈ। ਸਮਝਦੇ ਹੋ ਨਾ ਗੱਲ? ਮਨ ਜਿੱਥੇ ਗੈਰ ਹਾਜ਼ਰ ਹੈ ਉਹਨੂੰ ਹਾਜ਼ਰ ਨਹੀਂ ਕਰ ਸਕਦੇ। ਆਪਾਂ ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਕਈ ਵਾਰ ਮਨ ਸਾਡਾ ਇੱਧਰ ਉੱਧਰ ਘੁੰਮਦਾ ਫਿਰਦਾ ਹੁੰਦਾ। ਕਿਸੇ ਦਾ ਘਰੇ ਫਿਰਦਾ, ਕਿਸੇ ਦਾ ਬਾਜ਼ਾਰ ਫਿਰਦਾ, ਕਿਸੇ ਦਾ ਮੰਡੀ 'ਚ ਸਬਜ਼ੀ ਮੰਡੀ ਲੱਗੀ ਹੋਣੀ, ਅੱਜ ਵੀਰਵਾਰ, ਅੱਜ ਸ਼ੁੱਕਰਵਾਰ ਹੈ, ਤੋਰੀਆਂ ਵੀ ਲੈਣੀਆਂ, ਭਿੰਡੀ ਵੀ ਲੈਣੀ, ਪਿਆਜ਼ ਵੀ ਮੁੱਕੇ, ਸੁਣਦਾ ਕਥਾ ਹੁੰਦਾ। ਤੇ ਕੋਈ ਬੈਠਾ ਸੋਚਦਾ, ਪੋਤਾ ਆ ਗਿਆ ਹੋਣਾ ਘਰੇ, ਟਿਊਸ਼ਨ ਦਾ ਟਾਈਮ ਹੋ ਗਿਆ ਹੋਣਾ, ਚੱਲੀਏ। ਸੁਣਦਾ ਰਹਿ ਰਸ ਹੁੰਦਾ ਹੈ। ਕੀ ਕਰੋਗੇ? ਮਨ ਕਰਕੇ ਸਾਰਾ ਕੁਝ ਹੈ, ਮਨ ਦੇ ਹੀ ਸਾਰੇ ਸਿਆਪੇ ਆ। ਪਰ ਗੁਰੂ ਨਾਨਕ ਸਾਹਿਬ ਜੀ ਨੂੰ ਦੱਸਦੇ, ਕਹਿੰਦੇ ਮਰਜ ਐਡੇ ਵੱਡੇ ਸੰਕਲਪ ਪੈਦਾ ਕਰਦਾ ਹੈ। ਕਈ ਵਾਰ ਮਨ ਆਪਣੇ ਖਿਆਲ ਪੈਦਾ ਕਰਕੇ ਆਪਣੇ ਆਪ ਨੂੰ ਦੁਖੀ ਬਣਾ ਲੈਂਦਾ ਹੈ। ਸਾਹਮਣੇ ਬੈਠਾ ਬੰਦਾ, ਉਹਨੇ ਕਦੇ ਤੁਹਾਡੇ ਬਾਰੇ ਬੁਰਾ ਸੋਚਿਆ ਵੀ ਨਾ ਹੋਵੇ, ਪਰ ਮੇਰੇ ਮਨ ਨੇ ਮੰਨਿਆ ਵੀ ਇਹ ਬੰਦਾ ਮੇਰੇ ਤੇ ਗਹਿਰੀ ਅੱਖ ਰੱਖਦਾ, ਇਹ ਮੇਰੇ ਬਾਰੇ ਬੁਰਾ ਸੋਚਦਾ ਹੈ। ਸੋਚ ਕੇ ਆਪਣੇ ਆਪ ਨੂੰ ਦੁਖੀ ਕਰ ਲਿਆ ਹੋਈ। ਉਹਨੂੰ ਤੇ ਵਿਚਾਰੇ ਨੂੰ ਪਤਾ ਵੀ ਹੋਣਾ ਨਹੀਂ ਕੁਛ, ਤੂੰ ਦੁਖੀ ਕੀਤਾ ਆਪਣੇ ਆਪ ਨੂੰ। ਫਿਰ ਮਨ ਦੁਸ਼ਮਣ ਵੀ ਹੈ, ਮਨ ਮਿੱਤਰ ਵੀ ਹੈ। ਤਾਂ ਤੇ ਮਨ ਸਰੂਪ ਹੈ ਮੇਰੋ, ਜਾਂ ਤੇ ਅਨੰਤ ਔਰ ਨਹਿਰੋ। ਪਾਤਸ਼ਾਹ ਮੇਰਾ ਮਨ ਹੁਣ ਕਹਿੰਦਾ ਵੀ ਮੈਂ ਰੱਬ ਸਰੂਪ ਹਾਂ। ਗੁਰਬਾਣੀ ਵੀ ਕਹਿੰਦੀ ਮਨ ਤੂੰ ਜੋਤ ਸਰੂਪ ਹੈ। ਮਰ ਜੇ ਪੱਕਾ ਹੈ, ਮਨ ਹੀ ਮੈਂ ਆ। ਪਰ ਤੁਸੀਂ ਕਿਰਪਾ ਕਰਕੇ ਦੱਸੋ, ਮੇਰਾ ਮਨ ਤੇ ਕਹਿੰਦਾ ਵੀ ਮੈਂ ਰੱਬ ਹਾਂ, ਮੈਂ ਰੱਬ ਵਰਗਾ। ਮਨ ਕਰਕੇ ਹੀ ਅਸੀਂ ਸਾਧ ਹਾਂ, ਮਨ ਕਰਕੇ ਹੀ ਅਸੀਂ ਚੋਰ ਹਾਂ। ਹੁਣ ਚੋਰ ਦੇ ਨਾਂ ਤੇ ਪੂਛ ਲੱਗੀ, ਨਾ ਸਾਧ ਦੇ ਸਿੰਘ ਲੱਗੇ ਹੁੰਦੇ ਤੇ ਸੇਮ ਹੀ ਆ। ਕਈ ਵਾਰ ਪਾਪੀ ਬੰਦਾ ਧਰਮੀ ਬਣ ਜਾਂਦਾ। ਕਿੱਦਾਂ? ਮਨ ਪਰਿਵਰਤਨ ਹੋ ਗਿਆ। ਮਨ ਕਹਿੰਦਾ ਸੀ ਮੈਂ ਪਹਿਲਾਂ ਹਿੰਦੂ, ਅੱਜ ਮੈਂ ਸਿੱਖ ਹਾਂ। ਮਨ ਕਹਿੰਦਾ ਪਹਿਲਾਂ ਮੈਂ ਮੁਸਲਮਾਨ ਸੀ, ਅੱਜ ਮੈਂ ਕਾਮਰੇਡ ਹਾਂ, ਮੈਂ ਮੰਨਦਾ ਹੀ ਨਹੀਂ ਕਿਸੇ ਨੂੰ। ਮਨ ਦੇ ਰੌਲੇ ਆ ਨਾ ਸਾਰੇ, ਮਨ ਹੀ ਤੇ ਭਜਾਈ ਫਿਰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਹੁਤ ਮੁਸਕਰਾਏ ਸੁਣ ਕੇ ਰਾਏ ਬੁਲਾਰ ਸਾਹਿਬ ਦੇ ਬਚਨ। ਹੁਣ ਜਦੋਂ ਕੋਈ ਨਾ ਪ੍ਰਤਾਪੀ ਪੁਰਖ ਮੁਸਕਰਾਉਂਦੇ ਆ, ਉਹਨਾਂ ਦੇ ਹੱਸਣ ਮੁਸਕਰਾਉਣ ਪਿੱਛੇ ਕੋਈ ਰਾਜ ਹੁੰਦਾ ਹੈ, ਡੂੰਘਾ ਕਾਰਨ ਹੁੰਦਾ ਹੈ। ਰਾਏ ਬੁਲਾਰ ਸਾਹਿਬ ਕਹਿੰਦੇ ਸੱਚੇ ਪਾਤਸ਼ਾਹ, ਮੇਰਾ ਤੇ ਮਨ ਕਹਿੰਦਾ ਵੀ ਮੈਂ ਸੰਕਲਪ ਕੀਤਾ, ਮੈਂ ਪੂਰਾ ਕਰਨਾ, ਮੇਰੀ ਮਰਜ਼ੀ, ਫਿਰ ਮੇਰਾ ਹੀ ਰੂਪ ਹੋਇਆ। ਪਰ ਆਪ ਜੀ ਦੇ ਮੁਤਾਬਕ ਕਿ ਮਨ ਮੇਰਾ ਰੂਪ ਨਹੀਂ ਹੈ। ਸਤਿਗੁਰ ਕਹਿੰਦੇ ਰਾਜਨ, ਮਨ ਵੀ ਤੇਰਾ ਰੂਪ ਨਹੀਂ। ਓ ਰਾਜਨ ਤੂੰ ਮਨ ਭੀ ਨਾਹੀ, ਹੋਣ ਵਿਕਾਰ ਹੇਤ ਤੇ ਮਾਹੀ। ਪਾਤਸ਼ਾਹ ਕਹਿੰਦੇ ਮਨ ਵੀ ਤੇਰਾ ਰੂਪ ਨਹੀਂ ਰਾਜਿਆ। ਜੇ ਮਨ ਤੇਰਾ ਰੂਪ ਆ ਫਿਰ ਤੂੰ ਵਿਕਾਰੀਆਂ, ਕਿਉਂਕਿ ਮਨ ਤੇ ਪਾਪੀ ਹੈ। ਇਹ ਬਾਣੀ ਵੀ ਕਹਿ ਰਹੀ ਹੈ, ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਆ ਸ਼ਿਆ। ਸੁਣੋ, ਸਮਝੋ ਗੱਲਾਂ ਨੂੰ। ਬਾਣੀ ਕਹਿੰਦੀ ਤੂੰ ਜਨਮਾਂ ਜਨਮਾਂ ਦਾ ਪਾਪੀ ਆ, ਤੇ ਦੂਜੇ ਪਾਸੇ ਸਤਿਗੁਰ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨਾ ਤੂੰ ਰੱਬ ਹੈ, ਤੂੰ ਪਰਮਾਤਮਾ। ਲੈ ਵੀ ਹੁਣ ਆਹ ਦੋ ਪੰਕਤੀਆਂ ਯਾਦ ਕਰਕੇ ਕੱਲ੍ਹ ਨੂੰ ਦੱਸਿਓ ਆ ਕੇ ਵੀ ਕੀ ਹੈ। ਉਲਝ ਗਏ ਨਾ ਅੱਜ ਵੀ ਮਨ ਨੂੰ ਰੱਬ ਮੰਨੀਏ ਜਾਂ ਇਹਨੂੰ ਪਾਪੀ ਮੰਨੀਏ। ਗੁਰੂ ਸਾਹਿਬ ਕਹਿੰਦੇ ਰਾਏ ਬੁਲਾਰ ਜੀ, ਮਨ ਤੋਂ ਤੂੰ ਵੱਖ ਹੈ, ਤੂੰ ਮਨ ਨਹੀਂ ਹੈ। ਕਹਿੰਦੇ ਨਹੀਂ ਮਰਚ ਮੈਂ ਮਨ ਆ। ਸਾਰੀ ਦੁਨੀਆ ਮਨ ਦੇ ਤਲ ਤੇ ਜੀ ਰਹੀ ਹੈ ਜੀ। ਕਿਸੇ ਨੂੰ ਆਪਣਾ ਬਣਾਇਆ, ਮਨ ਨੇ ਬਣਾਇਆ ਨਾ ਵੀ ਇਹ ਦੁਸ਼ਮਣ ਹੋ ਕੇ ਮੇਰਾ ਮਿੱਤਰ ਹੈ। ਕਈ ਵਾਰ ਅਸੀਂ ਆਪਣਿਆਂ ਨੂੰ ਛੱਡ ਦਿੰਦੇ ਹਾਂ, ਭਰਾ ਭਰਾ ਨਾਲ ਨਹੀਂ ਵਰਤਦਾ। ਕਹਿੰਦਾ ਯਾਰ ਮਨ ਨਹੀਂ ਮੰਨਦਾ, ਬੰਦਾ ਠੀਕ ਨਹੀਂ ਹੈ, ਉਹਨੇ ਮੇਰੇ ਨਾਲ ਰਿਸ਼ਤੇ ਵਾਲੀ ਗੱਲ ਹੀ ਨਹੀਂ ਰੱਖੀ ਕੋਈ। ਪਤੀ ਪਤਨੀ ਦੇ ਰਿਸ਼ਤੇ ਟੁੱਟ ਜਾਂਦੇ ਆ, ਮਨ ਮੁਟਾਵ ਹੀ ਹੈ ਨਾ, ਫਰਕ ਹੀ ਪਿਆ ਨਾ ਮਨ 'ਚ, ਸਰੀਰ 'ਚ ਤੇ ਕੋਈ ਫਰਕ ਨਹੀਂ ਪਿਆ।
ਮਨ ਨੇ ਤੋੜਿਆ, ਮਨ ਹੀ ਜੋੜਦਾ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਾਜਨ ਤੂੰ ਮਨ ਨਹੀਂ ਹੈ। ਬਹੁਤ ਵੱਡਾ ਸਵਾਲ ਹੈ। ਇਸ ਤਲ ਤੇ ਅਸੀਂ ਵੀ ਜੀ ਰਹੇ ਹਾਂ। ਸਮਾਂ ਸਮਾਪਤ ਹੈ। ਜਿਵੇਂ ਜਿਵੇਂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਨਾ ਜੀ, ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਮੈਨੂੰ ਆਸ ਨਹੀਂ ਸੀ ਵੀ ਸੰਗਤਾਂ ਨੂੰ ਇੰਨੀ ਸਮਝ ਜਾਂ ਇੰਨਾ ਆਨੰਦ ਆਊਗਾ। ਮੈਨੂੰ ਲੱਗਦਾ ਸੀ ਕੰਮ ਬੜਾ ਔਖਾ ਜਾਏ ਤੇ ਦੁਖੀ ਹੋਣਗੇ ਵੀ ਯਾਰ ਭਾਈ ਸਾਹਿਬ ਨਵੇੜੋ ਛੇਤੀ ਕੰਮ, ਪਰ ਇਹ ਗਹਿਰਾ ਹੁੰਦਾ ਜਾਂਦਾ ਹੈ। ਬੜੀਆਂ ਸੰਗਤਾਂ ਦੇ ਫੋਨ ਆਉਂਦੇ ਆ, ਬੜੇ ਪਿਆਰ 'ਚ ਦੱਸਦੇ ਆ, ਬਾਹਰੋਂ ਵੀ ਜਿਹੜੇ ਸੁਣਦੇ ਆ ਕਹਿੰਦੇ ਜੀ ਬੜਾ ਅਲੱਗ ਜਿਹਾ ਆਨੰਦ ਹੈ, ਬੜਾ ਕੁਝ ਸਮਝਣ ਨੂੰ ਸਿੱਖਣ ਨੂੰ ਪ੍ਰਾਪਤ ਹੋਇਆ ਹੈ। ਭਾਈ ਇਹ ਸਾਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਕਿਰਪਾ ਏ। ਆ ਜੋ ਆਪਾਂ ਸੁਣਦੇ ਆ ਨਾ, ਇਹ ਗੁਰੂ ਸਾਹਿਬ ਦੇ ਜੀਵਨ 'ਚੋਂ ਇੱਕ ਕਿਣਕਾ ਕਿਣਕਾ। ਜੇ ਕਿਣਕੇ ਦਾ ਆਨੰਦ ਇੰਨਾ, ਇੱਕ ਬੂੰਦ ਦਾ ਆਨੰਦ ਇੰਨਾ ਏ, ਤੇ ਗੁਰੂ ਸਮੁੰਦਰ ਦਾ ਆਨੰਦ ਕਿੰਨਾ ਹੋਏਗਾ। ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਜਿਵੇਂ ਜਿਵੇਂ ਪਾਤਸ਼ਾਹ ਕਿਰਪਾ ਕਰਨਗੇ ਆਪਾਂ ਆਨੰਦ ਮਾਣਾਂਗੇ।